ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਬੈਠੇ ਹਾਂ ਖਾਲਸਾ ਕਾਲਜ ਆਫ ਨਰਸਿੰਗ ਦੇ ਵਿਹੜੇ ਦੇ ਵਿੱਚ। ਸਾਡੇ ਨਾਲ ਨੇ ਖਾਲਸਾ ਕਾਲਜ ਆਫ ਨਰਸਿੰਗ ਦੇ ਪ੍ਰਿੰਸੀਪਲ ਡਾਕਟਰ ਕਮਲਜੀਤ ਕੌਰ ਅਤੇ ਇੱਥੋਂ ਦਾ ਸਮੂਹ ਗਿਆਨਵਾਨ ਸਟਾਫ। ਅੱਜ ਅਸੀਂ ਵਿਚਾਰ ਵਟਾਂਦਰੇ ਕਰਾਂਗੇ ਸ਼ੂਗਰ ਦੀ ਬਿਮਾਰੀ ਤੇ। ਹਰ ਘਰ ਦੇ ਵਿੱਚ ਦਸਤਕ ਦੇ ਚੁੱਕੀ ਇਹ ਬਿਮਾਰੀ, ਇਸ ਦੇ ਲੱਛਣ ਕੀ ਨੇ, ਕਿੱਦਾਂ ਇਸ ਤੋਂ ਬਚਾਓ ਕਰਨਾ ਚਾਹੀਦਾ ਔਰ ਕਿੱਦਾਂ ਰੋਜ਼ ਦੀ ਜ਼ਿੰਦਗੀ ਦੇ ਵਿੱਚ ਇਹਨੂੰ ਨਾਲ ਲੈ ਕੇ ਆਪਣੇ ਆਪ ਨੂੰ ਵਧੀਆ ਤੰਦਰੁਸਤ ਰੱਖਣਾ ਚਾਹੀਦਾ। ਬਹੁਤ ਧੰਨਵਾਦ ਮੈਮ, ਤੁਸੀਂ ਸਾਨੂੰ ਸਮਾਂ ਦਿੱਤਾ ਜੀ। ਸਾਨੂੰ ਦੱਸਿਓ ਜੀ ਸ਼ੂਗਰ ਕੀ ਹੈ। ਬਹੁਤ ਹੀ ਅੱਜ ਦੇ ਸਮੇਂ ਦੇ ਵਿੱਚ ਇਸ ਟੌਪਿਕ ਦੀ ਬਹੁਤ ਮਹੱਤਤਾ ਹੈ, ਕਿਉਂਕਿ ਇਹ ਬਿਮਾਰੀ ਜਿਵੇਂ ਦੱਸ ਰਹੇ ਸੀਗੇ ਕਿ ਘਰ ਘਰ ਪਸਾਰਾ ਕਰ ਚੁੱਕੀ ਹੈ। ਇਹ ਦੁਨੀਆ ਦੇ ਹਰ ਕੋਨੇ ਦੇ ਵਿੱਚ, ਹਰ ਦੇਸ਼ ਦੇ ਵਿੱਚ ਇਸ ਬਿਮਾਰੀ ਦਾ ਪਸਾਰਾ ਹੋ ਚੁੱਕਿਆ ਹੈ। ਔਰ ਅੰਕੜੇ ਕਹਿੰਦੇ ਆ ਕਿ ਪਾਪੂਲੇਸ਼ਨ ਜਿਹੜੀ ਸਾਡੀ ਕੰਟਰੀ ਦੀ ਹੈ ਨਾ, ਇਸ ਵੇਲੇ ਕਰੀਬ 1 ਖਰਬ ਤੇ 38 ਕਰੋੜ ਦੇ ਕਰੀਬ ਹੈ। ਔਰ ਇਹ ਦੁਨੀਆ ਦੀ ਪਾਪੂਲੇਸ਼ਨ ਮੇਰੇ ਖਿਆਲ ਜੇ ਅਸੀਂ ਅੰਦਾਜ਼ਾ ਲਾਈਏ ਵਿਸ਼ਵ ਦੀ ਪਾਪੂਲੇਸ਼ਨ 7.5 ਕਰੋੜ ਅਰਬ ਦੇ ਕੋਲ ਹੈ, ਤੇ ਅਸੀਂ ਇੱਕਦਮ 7ਵਾਂ ਹਿੱਸਾ ਉਸ ਪਾਪੂਲੇਸ਼ਨ ਦਾ ਆ ਜਾਂਦੇ ਹਾਂ। ਤੇ ਜਦੋਂ ਅਸੀਂ ਇਹ ਗੱਲਾਂ ਕਰੀਏ ਨਾ ਵੀ ਦੀਆਂ ਸ਼ੂਗਰ ਦੀ ਬਿਮਾਰੀ ਦੀਆਂ, ਇਹ ਬਿਮਾਰੀ ਇਸ ਵੇਲੇ ਇੰਡੀਆ ਇਸ ਵਿੱਚ ਨੰਬਰ 1 ਜਾ ਰਿਹਾ। ਦੁਨੀਆ ਦੀ ਇਹਨੂੰ ਕੈਪੀਟਲ ਕਿਹਾ ਜਾ ਰਿਹਾ ਇਸ ਬਿਮਾਰੀ ਦੀ। ਇੰਨੀ ਜ਼ਿਆਦਾ ਹਿੰਦੁਸਤਾਨ ਸਾਰਾ ਹੋ ਚੁੱਕਿਆ ਇਸ ਬਿਮਾਰੀ ਦਾ। ਇਹਨਾਂ ਨੇ ਕਿਹਾ ਇਹ ਬਿਮਾਰੀ ਕੀ ਆ। ਮੇਰੇ ਖਿਆਲ ਕੋਈ ਵੀ ਫੈਮਿਲੀ, ਕੋਈ ਪਰਿਵਾਰ, ਕੋਈ ਸਾਡੇ ਰਿਸ਼ਤੇਦਾਰ, ਸਕੇ ਸੰਬੰਧੀ, ਆਂਢੀ ਗੁਆਂਢੀ ਜਿਨ੍ਹਾਂ ਨੂੰ ਇਸ ਬਿਮਾਰੀ ਬਾਰੇ ਜਾਣਕਾਰੀ ਨਾ ਹੋਵੇ, ਸ਼ਾਇਦ ਹੀ ਕੋਈ ਹੋਵੇ। ਇਹ ਬਿਮਾਰੀ ਹੋਵੇ ਜਿਹਦੇ ਵਿੱਚ ਸਰੀਰ ਦੇ ਵਿੱਚ ਗਲੂਕੋਜ਼ ਦਾ ਕੰਟਰੋਲ ਜਿਹੜਾ ਉਹ ਨਹੀਂ ਹੁੰਦਾ। ਉਹ ਕੰਟਰੋਲ ਕਰਨ ਦੇ ਲਈ ਸਾਡੇ ਸਰੀਰ ਦੇ ਵਿੱਚ ਵੱਖ-ਵੱਖ ਆਰਗਨ ਨੇ ਜਿਹੜੇ ਹਰ ਤਰ੍ਹਾਂ ਦੇ ਕੋਈ ਨਾ ਕੋਈ ਰਸ ਪ੍ਰੋਡਿਊਸ ਕਰਦੇ ਨੇ। ਜਿਵੇਂ ਅਸੀਂ ਥਾਇਰਾਇਡ ਦੀ ਗੱਲ ਕਰ ਲਈਏ ਜਾਂ ਕਈ ਹੋਰ ਗ੍ਰੰਥੀਆਂ ਇਹੋ ਜਿਹੀਆਂ। ਇਸ ਤਰ੍ਹਾਂ ਪੈਂਕਰੀਆ ਨਾਮ ਦੀ ਇਹੋ ਜਿਹਾ ਆਰਗਨ ਹੈ ਸਾਡੇ ਪਾਚਕ ਤੰਤਰ ਦੇ ਵਿੱਚ ਜਿਹੜਾ ਗਲੂਕੋਜ਼ ਨੂੰ ਕੰਟਰੋਲ ਕਰਦਾ। ਔਰ ਇਹ ਗਲੂਕੋਜ਼ ਜਿਹੜਾ ਸਾਡੇ ਸ਼ੂਗਰ ਨੂੰ ਕੰਟਰੋਲ ਕਰਦਾ। ਇਹ ਜਿਹੜਾ ਪੈਂਕਰੀਆਸ ਹੈ ਉਹਦੇ ਨਾਲ ਉਹ ਰਸ ਪ੍ਰੋਡਿਊਸ ਕਰਦਾ। ਉਸ ਰਸ ਦਾ ਨਾਮ ਹੈ ਇਨਸੂਲਿਨ। ਮੇਰੇ ਖਿਆਲ ਸਾਰੇ ਜਾਣੂ ਨੇ ਇਸ ਪੈਂਕਰੀਆਸ ਦੇ ਕੰਮ ਤੋਂ। ਪੈਂਕਰੀਆਸ ਦੀ ਇਹ ਬਹੁਤ ਵੱਡੀ ਮਹੱਤਵਪੂਰਨ ਪ੍ਰਕਿਰਿਆ ਹੈ ਜਿਹੜੀ ਉਹ ਰਸ ਪ੍ਰੋਡਿਊਸ ਕਰਦੀ ਹੈ। ਔਰ ਉਹ ਰਸ ਅਲਟੀਮੇਟਲੀ ਸਾਨੂੰ ਸ਼ੂਗਰ ਦੀ ਬਿਮਾਰੀ ਤੋਂ ਬਚਾਉਂਦਾ ਜੇ ਤੇ ਉਹ ਸਾਡਾ ਨਿਯੰਤਰਣ ਦੇ ਵਿੱਚ ਹੈ, ਕੰਟਰੋਲ ਦੇ ਵਿੱਚ ਹੈ ਸਾਡਾ ਸ਼ੂਗਰ। ਸ਼ੂਗਰ ਦੀ ਬਿਮਾਰੀ ਦੇ ਜੇ ਆਪਾਂ ਦੁਨੀਆ ਦੇ ਅੰਕੜੇ ਵੇਖਣੇ ਹੋਣ ਤਾਂ ਕੀ ਅੰਕੜੇ ਸਾਹਮਣੇ ਆਉਂਦੇ ਆ ਦੁਨੀਆ ਦੇ? ਸੋ ਜੇਕਰ ਅਸੀਂ ਅੰਕੜਿਆਂ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਹੈਰਾਨੀਜਨਕ ਹਨ। ਅਗਰ ਪੂਰੀ ਦੁਨੀਆ ਦੀ ਗੱਲ ਕਰੀਏ ਤਾਂ 2013 ਵਿੱਚ ਕੁੱਲ 40 ਕਰੋੜ ਜਿਹੜੇ ਕੇਸ ਉਹ ਸਾਹਮਣੇ ਆਏ ਸਨ, ਤੇ ਇਹ ਮੰਨਿਆ ਜਾਂਦਾ ਹੈ ਕਿ 2030 ਤੱਕ ਇਹ ਅੰਕੜੇ ਜਿਹੜੇ ਨੇ ਉਹ 60 ਕਰੋੜ ਤੱਕ ਜਿਹੜੇ ਚਲੇ ਜਾਣਗੇ। ਇਹ ਤੇ ਗੱਲ ਹੋਈ ਦੁਨੀਆ ਦੀ। ਜੇਕਰ ਆਪਾਂ ਆਪਣੇ ਦੇਸ਼ ਦੀ ਗੱਲ ਕਰੀਏ, ਇੰਡੀਆ ਦੀ ਗੱਲ ਕਰੀਏ, ਤੇ ਇੱਥੇ ਦੇ ਵੀ ਜਿਹੜੇ ਅੰਕੜੇ ਨੇ ਵਾਕਈ ਬਹੁਤ ਹੀ ਜ਼ਿਆਦਾ ਹੈਰਾਨੀਜਨਕ ਨੇ, ਕਿਉਂਕਿ ICMR ਦੀ ਰਿਪੋਰਟ ਦੇ ਅਨੁਸਾਰ ਹੁਣ ਤੱਕ ਲਗਭਗ 6 ਕਰੋੜ ਲੋਕ ਇਸ ਬਿਮਾਰੀ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਅਤੇ ਇਹ ਵੀ ਅਨੁਮਾਨ ਲਗਾਇਆ ਜਾਂਦਾ ਹੈ ਯਾਨੀ ਕਿ ਆਉਣ ਵਾਲੇ ਸਮੇਂ ਤੱਕ 2030 ਤੱਕ ਇਹ ਆંકੜੇ ਵਧਣਗੇ ਔਰ ਵੱਧ ਕੇ 10 ਕਰੋੜ ਤੱਕ ਜਾ ਸਕਦੇ ਨੇ। ਇੰਨੀ ਤਦਾਦ ਦੇ ਨਾਲ ਇਹ ਵੱਧ ਜਾਣਗੇ। ਹਾਂਜੀ, ਇਹ ਵਾਕਈ ਬਹੁਤ ਹੀ ਚਿੰਤਾ ਦਾ ਵਿਸ਼ਾ ਸਰੋਤਿਆਂ ਹੈ। ਦੀ ਜਾਣਕਾਰੀ ਲਈ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਕਿੰਨਾ ਚਿੰਤਾ ਦਾ ਵਿਸ਼ਾ ਹੈ ਕਿ ਘਰ ਘਰ ਵਿੱਚ ਇਹਦੀ ਬਿਮਾਰੀ ਦਾ ਪਸਾਰਾ ਹੋ ਚੁੱਕਿਆ ਹੈ। ਸੋ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਇਹ ਬਿਮਾਰੀ ਬਹੁਤ ਮਹੱਤਵਪੂਰਨ ਅੰਗਾਂ ਨੂੰ ਜਿਹੜਾ ਉਹ ਖਰਾਬ ਕਰ ਰਹੀ ਹੈ। ਅੱਖਾਂ ਦੀ ਲੈ ਲਓ ਗੱਲ। ਜਦੋਂ ਇਹ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ, ਇਹ ਬਿਮਾਰੀ ਕਈ ਰੰਗ ਰੂਪ ਨਾਲ ਸਾਡੇ ਸਾਹਮਣੇ ਆਉਂਦੀ ਹੈ, ਬੱਚਿਆਂ ਵਿੱਚ, ਵਡੇਰੀ ਉਮਰ ਦੇ ਵਿੱਚ। ਔਰ ਜਦੋਂ ਬੱਚਿਆਂ ਦੀ ਗੱਲ ਕਰੀਏ ਤਾਂ ਕਈ ਵਾਰ ਵੇਖੀਦਾ ਅੱਖਾਂ ਦੀ ਨਜ਼ਰ ਬੱਚਿਆਂ ਦੀ ਬਹੁਤ ਘਟਣੀ ਸ਼ੁਰੂ ਹੋ ਜਾਂਦੀ ਹੈ। ਹਾਂਜੀ, ਇਹਦੇ ਨਾਲ ਸਰੀਰ ਦੇ ਹੋਰ ਅੰਗਾਂ ਤੇ ਵੀ ਇਹ ਅਸਰ ਬਹੁਤ ਜ਼ਿਆਦਾ ਕਰਦਾ ਪ੍ਰਭਾਵ ਪਾਉਂਦੀ ਹੈ। ਜਿਸ ਤਰ੍ਹਾਂ ਕਿ ਆਪਣੀਆਂ ਅੱਖਾਂ ਦੀ ਰੋਸ਼ਨੀ ਜਿਹੜੀ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਇਹਦੇ ਨਾਲ ਦੇ ਨਾਲ ਹੀ ਉਹ ਆਪਣੇ ਗੁਰਦਿਆਂ ਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪਾਉਂਦੀ ਹੈ। ਤੇ ਜਦੋਂ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਅਸੀਂ ਦੇਖਦੇ ਹਾਂ ਮੋਸਟਲੀ ਕਿ ਜਿਸ ਬੰਦੇ ਨੂੰ ਸ਼ੂਗਰ ਹੈ ਉਹਨੂੰ ਮੋਸਟਲੀ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਦਸ਼ਾ ਵੀ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਇਹਦੇ ਪਿੱਛੇ ਮੁੱਖ ਕਾਰਨ ਇਹ ਕਿ ਸਾਡੀ ਬਾਡੀ ਦੇ ਵਿੱਚ ਕੋਲੈਸਟਰੋਲ ਨਾਮਕ ਇੱਕ ਤੱਤ ਹੈ, ਉਹ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਹੈ, ਜੋ ਅਲਟੀਮੇਟਲੀ ਸਾਡੇ ਜਿਹੜੇ ਸਰੀਰ ਦੇ ਜਿਹੜੇ ਮੇਨ ਆਰਗਨ ਨੇ, ਜਿਵੇਂ ਹਾਰਟ ਕਹਿ ਲਓ, ਕਿਡਨੀਜ਼ ਕਹਿ ਲਓ, ਲਿਵਰ ਕਹਿ ਲਓ, ਇਹ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਰੂਪ ਵਿੱਚ, ਭਿਅੰਕਰ ਰੂਪ ਦੇ ਵਿੱਚ ਅਫੈਕਟ ਕਰਦਾ ਹੈ। ਇਹਨਾਂ ਨਾਲ ਹੀ ਉਹ ਜਿਹੜੀ ਇਹ ਬਿਮਾਰੀ ਹੈ ਨਿਊਰੋਪੈਥੀ ਕਾਜ਼ ਕਰਦੀ ਹੈ। ਕਹਿਣ ਦਾ ਭਾਵ ਹੈ ਕਿ ਨਰਵਸ ਸਿਸਟਮ ਨੂੰ ਆਪਣੇ ਨੂੰ ਡੈਮੇਜ ਕਰਦੀ ਹੈ। ਹੱਥਾਂ ਬਾਹਾਂ ਦੀਆਂ ਜਿਹੜੀਆਂ ਨਰਵਸ ਹੈ ਉਹਨਾਂ ਨੂੰ ਡੈਮੇਜ ਕਰਦੀ ਹੈ, ਜਿਸ ਨਾਲ ਇਨਸਾਨ ਨੂੰ ਹੱਥ ਸੁੰਨ ਹੋ ਜਾਂਦੇ ਹਨ, ਉਹਨੂੰ ਗਰਮ ਚੀਜ਼ ਦਾ, ਠੰਡਾ ਚੀਜ਼ ਦਾ ਕੁਝ ਮਹਿਸੂਸ ਨਹੀਂ ਹੁੰਦਾ ਹੈ, ਯਾਨੀ ਕਿ ਆਪਣੇ ਸਰੀਰ ਨੂੰ ਖੋਖਲਾ ਕਰ ਦਿੰਦਾ ਹੈ। ਕਹਿ ਸਕਦੇ ਹਾਂ ਕਿ ਅਸੀਂ ਇਹਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਇਸ ਬਿਮਾਰੀ ਨੂੰ। ਇਹ ਇੱਕ ਵਾਰੀ ਸਰੀਰ ਦੇ ਵਿੱਚ ਦਾਖਲ ਹੋ ਕੇ
ਬਹੁਤ ਕੁਝ ਡੈਮੇਜ ਕਰ ਦਿੰਦੀ ਕਹਿ ਸਕਦੇ ਹਾਂ ਕਿ ਇਨਸਾਨ ਜਿਹੜਾ ਬਾਹਰੋਂ ਬਹੁਤ ਤੰਦਰੁਸਤ ਲੱਗ ਰਿਹਾ ਪਰ ਅੰਦਰੋਂ ਜਿਹੜੀ ਬਿਮਾਰੀ ਉਸ ਨੂੰ ਖੋਖਲਾ ਕਰੀ ਜਾ ਰਹੀ ਹੈ। ਖੋਖਲਾ ਕਰੀ ਜਾ ਰਹੀ ਹੈ। ਇਹਦੇ ਨਾਲ ਇਹ ਦੱਸਣਾ ਬੜਾ ਹੀ ਜ਼ਰੂਰੀ ਹੈ ਕਿ ਵੀ ਇਹ ਕਿਸ ਤਰ੍ਹਾਂ ਸਾਡੇ ਹਰ ਉਮਰ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਵੇਂ ਘਰ ਕਰ ਰਹੀ ਹੈ। ਛੋਟੇ ਬੱਚਿਆਂ ਦੇ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ ਕਿ ਬੱਚੇ ਪਿਸ਼ਾਬ ਕਰਦੇ ਰਹਿੰਦੇ ਵਾਰ-ਵਾਰ। ਅਸੀਂ ਇਹੀ ਲੈ ਕੇ ਚੱਲਦੇ ਹਾਂ ਕਿ ਬੱਚਾ ਇਹਨੇ ਵਾਰ-ਵਾਰ ਪਿਸ਼ਾਬ ਕਰਨਾ। ਕਈ ਵਾਰੀ ਉਹ ਕਿਉਂਕਿ ਇਹ ਬਿਮਾਰੀ ਜਿਵੇਂ ਕਿ ਸਾਡੇ ਮਹਿਮਾਨ ਦੱਸਣਗੇ ਮਾਹਿਰ ਕਿ ਵੀ ਇਹ ਬਿਮਾਰੀ ਆ ਜਿਹੜੀ ਦੋ ਤਰ੍ਹਾਂ ਨਾਲ ਹੁੰਦੀ ਹੈ। ਇੱਕ ਤਾਂ ਜਮਾਂਦਰੂ। ਹਾਂਜੀ ਬਿਲਕੁਲ, ਇੱਕ ਜਮਾਂਦਰੂ ਬਿਮਾਰੀ ਹੈ ਜਿਸ 'ਚ ਆਪਾਂ ਕਹਿੰਦੇ ਆ ਕਿ ਜਨਮ ਤੋਂ ਹੀ ਹੋ ਜਾਂਦੀ ਹੈ ਤੇ ਇਸ ਵਿੱਚ ਸਰੀਰ ਵਿੱਚ ਬਿਲਕੁਲ ਹੀ ਇਨਸੂਲਿਨ ਨਹੀਂ ਬਣਦੀ ਹੈ ਤੇ ਇਨਸਾਨ ਨੂੰ ਇਨਸੂਲਿਨ ਦਾ ਇੰਜੈਕਸ਼ਨ ਬਾਹਰੋਂ ਲੈਣਾ ਪੈਂਦਾ ਹੈ ਆਪਣੀ ਪੂਰਤੀ ਵਾਸਤੇ ਤਾਂ ਕਿ ਉਹ ਸ਼ੂਗਰ ਦੇ ਪੱਧਰ ਨੂੰ ਬਣਾ ਕੇ ਰੱਖ ਸਕੇ। ਇੱਕ ਤੇ ਹੈ ਪਹਿਲੀ ਕਿਸਮ। ਦੂਸਰੀ ਕਿਸਮ ਹੈ ਜਿਸ ਵਿੱਚ ਇਨਸਾਨ ਨੂੰ ਵਧੇਰੇ ਉਮਰ 'ਚ ਜਿਹੜੀ ਸ਼ੂਗਰ ਹੋ ਜਾਂਦੀ ਹੈ, ਜੋ ਅਸੀਂ ਕਹਿ ਸਕਦੇ ਹਾਂ ਕਿ 40 ਸਾਲ ਦੀ ਉਮਰ ਤੋਂ ਬਾਅਦ। ਇਹ ਕਿਸਮਾਂ ਦੇ ਵਿੱਚ ਵੰਡੀ ਜਾਂਦੀ ਹੈ ਬਿਲਕੁਲ ਜੀ, ਇਹ ਕਿੰਨੀਆਂ ਕਿਸਮਾਂ ਨੇ ਇਹਦੀਆਂ ਬਿਮਾਰੀ ਦੀਆਂ? ਮੇਨ ਤਾਂ ਇਸ ਦੀਆਂ 3 ਕਿਸਮਾਂ ਹਨ। ਇੱਕ ਤਾਂ ਜਿਹੜੀ ਛੋਟੇ ਹੁੰਦੇ ਤੋਂ ਹੀ ਹੋ ਜਾਂਦੀ ਹੈ, ਇੱਕ ਥੋੜੀ ਵਧੇਰੇ ਉਮਰ ਵਿੱਚ ਜਾ ਕੇ ਹੁੰਦੀ ਹੈ ਤੇ ਤੀਸਰੀ ਕਿਸਮ ਜਿਹੜੀ ਕਿ ਗਰਭ ਅਵਸਥਾ ਦੇ ਦੌਰਾਨ ਹੁੰਦੀ ਹੈ। ਅਤੇ ਇਹ ਸਭ ਤੋਂ ਮਹੱਤਵਪੂਰਨ ਕਿਸਮ ਹੈ। ਜਿਵੇਂ ਕਿ ਜਦੋਂ ਇੱਕ ਔਰਤ ਗਰਭ ਧਾਰਨ ਕਰਦੀ ਹੈ, ਉਸਦੇ 3 ਤੋਂ 4 ਮਹੀਨਿਆਂ ਬਾਅਦ ਉਸਦੇ ਸਰੀਰ ਦੇ ਵਿੱਚ ਅਚਾਨਕ ਹੀ ਜਿਹੜਾ ਸ਼ੂਗਰ ਦਾ ਲੈਵਲ ਹੈ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਤੇ ਇਸ ਲਈ ਉਹਨੂੰ ਆਪਣੀ ਡਾਕਟਰੀ ਸਲਾਹ ਦੇ ਨਾਲ ਆਪਣੀ ਜੋ ਡਾਈਟ ਹੈ, ਜੋ ਕਸਰਤ ਹੈ, ਉਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਟਾਈਮ ਟੂ ਟਾਈਮ ਆਪਣੀ ਪ੍ਰੈਗਨੈਂਸੀ ਦੇ ਪੀਰੀਅਡ ਦੇ ਵਿੱਚ 2 ਮਹੀਨੇ, 1 ਮਹੀਨੇ, 3 ਮਹੀਨੇ ਬਾਅਦ ਆਪਣਾ ਜੋ ਜਾਂਚ ਹੈ ਉਹ ਕਰਵਾਉਂਦੇ ਰਹਿਣਾ ਚਾਹੀਦਾ ਨਾਲ ਹੈ। ਹੀ ਮੈਂ ਫੇਰ ਦੱਸਣਾ ਚਾਹਾਂਗੀ ਅੰਕੜਿਆਂ ਬਾਰੇ ਕਿ ਜਿਹੜੀ ਬਚਪਨ 'ਚ ਹੋਣ ਵਾਲੀ ਸ਼ੂਗਰ ਹੈ ਉਹ ਜਿਹੜੀ ਹੈ 5 ਤੋਂ 6% ਜਿਹੜੇ ਕੇਸਾਂ ਵਿੱਚ ਹੁੰਦੀ ਹੈ ਤੇ 90 ਤੋਂ 95% ਜਿਹੜੀ ਹੈ ਉਹ ਵਧੇਰੀ ਉਮਰ 'ਚ ਹੀ ਹੁੰਦੀ ਹੈ। ਬਿਲਕੁਲ, ਜਿਹੜੀ ਕਿਸਮ ਦੂਸਰੀ ਉਹ ਬਹੁਤ ਜ਼ਿਆਦਾ ਖਤਰਨਾਕ ਹੈ। ਪਰ ਦੁਖਾਂਤ ਇਸ ਗੱਲ ਦਾ ਹੈ ਕਿ ਇਹ ਹੁਣ ਸ਼ਹਿਰਾਂ ਤੇ ਪਿੰਡਾਂ ਵਿੱਚ ਬਰਾਬਰ ਦੀ ਚੱਲ ਰਹੀ ਹੈ। ਪਹਿਲਾਂ ਸੀਗਾ ਕਿ ਪਿੰਡਾਂ 'ਚ ਸਾਡੀ ਜੀਵਨ ਸ਼ੈਲੀ ਬਿਲਕੁਲ ਫਰਕ ਹੁੰਦੀ ਸੀ। ਅਸੀਂ ਲੋਕ ਆਪਣਾ ਹੱਥੀਂ ਕੰਮ ਕਰਦੇ ਸੀ, ਕਿਰਤ ਕਰਦੇ ਸੀ, ਮਿਹਨਤ ਕਰਦੇ ਸੀ, ਜਿੰਨਾ ਕੁਝ ਖਾਂਦੇ ਸੀ ਉਹ ਹਜ਼ਮ ਵੀ ਕਰ ਲੈਂਦੇ ਸੀ। ਉਹਦੇ ਨਾਲ ਸਾਡਾ ਜਿਹੜਾ ਗਲੂਕੋਜ਼ ਦਾ ਲੈਵਲ ਸੀ ਉਹ ਕਾਬੂ 'ਚ ਰਹਿੰਦਾ ਸੀ, ਨਿਯੰਤਰਣ 'ਚ ਰਹਿੰਦਾ ਸੀ। ਹੁਣ ਕੀ ਹੈ ਕਿ ਘਰਾਂ ਵਿੱਚ ਚਾਹੇ ਪਿੰਡ ਹੈ ਸ਼ਹਿਰ, ਸਾਡੀ ਜੀਵਨ ਸ਼ੈਲੀ ਬਹੁਤ ਬਦਲ ਗਈ ਹੈ ਜਿਹਦੇ ਨਾਲ ਇਸ ਬਿਮਾਰੀ ਦਾ ਜਿਹੜਾ ਖਦਸ਼ਾ ਬਹੁਤ ਵੱਧ ਗਿਆ। ਜਿਵੇਂ ਸਧਾਰਨ ਤੌਰ ਤੇ ਤੁਹਾਨੂੰ ਦੱਸਾਂ ਤੇ ਇਹਦਾ 10 ਤੋਂ 15% ਹੀ ਇਹਦਾ ਹੋ ਗਿਆ ਲੈਵਲ ਜਿਹੜਾ ਹਰ 100 ਪਿੱਛੇ। ਜੇਕਰ ਗੱਲ ਕਰੀਏ ਅਸੀਂ ਗਰਭਵਤੀ ਔਰਤਾਂ ਦੀ ਤੇ WHO ਦੀ ਇੱਕ ਰਿਪੋਰਟ ਦੇ ਅਕੋਰਡਿੰਗ ਮੰਨਿਆ ਜਾਂਦਾ ਹੈ ਕਿ ਹਰ 100 ਦੇ ਵਿੱਚੋਂ ਜਿਹੜੀ 10ਵੀਂ ਗਰਭਵਤੀ ਔਰਤ ਹੈ ਉਸ ਨੂੰ ਇਹ ਬਿਮਾਰੀ ਹੋਣ ਦਾ ਖਤਰਾ ਬਹੁਤ ਜ਼ਿਆਦਾ ਹੈ। ਕਿਹਾ ਜਾਂਦਾ ਹੈ ਕਿ ਇਹ ਬਿਮਾਰੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ, ਸਹੀ ਗੱਲ ਹੈ? ਹਾਂਜੀ ਬਿਲਕੁਲ। ਇਹਦਾ ਇੱਕ ਜਿਹੜਾ ਮੁੱਖ ਕਾਰਨ ਹੈ ਹੋਣ ਦਾ ਬਿਮਾਰੀ ਦਾ ਉਹ ਇਹੀ ਹੈ ਕਿ ਇਹ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ। ਇੱਕ ਜਿਹੜੇ ਸਾਡੇ ਜਿੱਦਾਂ ਮਾਂ ਪਿਓ ਨੂੰ ਕਿਹਾ ਜਾਂਦਾ ਹੈ, ਕਈ ਵਾਰੀ ਕਿਸੇ ਮਾਂ ਪਿਓ ਨੂੰ ਜਾਂ ਫਿਰ ਉਹਦੇ ਦਾਦਾ ਦਾਦੀ ਨੂੰ ਜਿਹੜੀ ਬਿਮਾਰੀ ਸੀ, ਦਾਦੇ ਪੜਦਾਦੇ ਜਾਂ ਭੈਣ ਭਰਾ ਨੂੰ ਅਗਰ ਬਿਮਾਰੀ ਹੈ ਤੇ ਉਹ ਇਨਸਾਨ ਨੂੰ ਹੋਣ ਦੀ ਪੂਰੀ ਆਸਾਰ ਹਨ ਕਿ ਉਹਨੂੰ ਇਹ ਬਿਮਾਰੀ ਛੋਟੀ ਉਮਰ 'ਚ ਹੋ ਜਾਏਗੀ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਾਨੂੰ ਆਪਣੇ ਜੋ ਕਰੀਬੀ ਸਕੇ ਸੰਬੰਧੀ ਨੇ, ਸਾਕ ਸੰਬੰਧੀ ਨੇ, ਸਾਨੂੰ ਉਹਨਾਂ ਦੇ ਵਿੱਚ ਵਿਆਹ ਨਹੀਂ ਕਰਵਾਉਣਾ ਚਾਹੀਦਾ ਕਿਉਂਕਿ ਇਹ ਬਿਮਾਰੀ ਜਿਹੜੀ ਹੈ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦੀ ਜਾਂਦੀ ਹੈ। ਪਰ ਖੁਸ਼ੀ ਦੀ ਗੱਲ ਇਹ ਵੀ ਆ ਕਿ ਜਦੋਂ ਸਾਨੂੰ ਪਤਾ ਕਿ ਇਹ ਪਰਿਵਾਰਾਂ ਵਿੱਚ ਚੱਲ ਰਹੀ ਹੈ ਬਿਮਾਰੀ ਤੇ ਉਸ ਲੈਵਲ ਤੇ ਸਾਨੂੰ ਆਪਣੇ ਪਰਿਵਾਰ ਸੰਬੰਧੀ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ। ਇਹ ਬਿਮਾਰੀਆਂ ਜੀਵਨ ਸ਼ੈਲੀ ਨਾਲ ਜੁੜੀਆਂ ਤੇ ਸਿੱਧਾ ਹੀ ਸਿੱਧਾ ਇਹਨਾਂ ਦਾ ਅਸਰ ਹੁੰਦਾ ਹੈ ਕਿ ਜੇ ਅਸੀਂ ਜੀਵਨ ਸ਼ੈਲੀ ਨੂੰ ਸਹੀ ਕਰ ਲਈਏ ਤੇ ਅਸੀਂ ਬਹੁਤ ਹੱਦ ਤੱਕ ਇਹ ਬਿਮਾਰੀ ਦੇ ਜਿਹੜਾ ਇੰਨਾ ਇੰਸੀਡੈਂਸ ਵੱਧ ਰਿਹਾ, ਇੰਨੀ ਪ੍ਰੈਵਲੈਂਸ ਵੱਧ ਰਹੀ ਆ, ਉਹਦੇ ਤੇ ਅਸੀਂ ਕਾਬੂ ਪਾ ਸਕਦੇ ਹਾਂ। ਜੀਵਨ ਸ਼ੈਲੀ ਤੋਂ ਇੱਥੇ ਮੈਮ ਦਾ ਕਹਿਣ ਦਾ ਮਤਲਬ ਹੈ ਕਿ ਮਸ਼ੀਨੀ ਯੁੱਗ ਹੋ ਚੁੱਕਿਆ ਹੈ। ਮਸ਼ੀਨੀ ਯੁੱਗ ਹੋਣ ਕਾਰਨ ਸਾਰੇ ਕੰਮ ਜਿਹੜੇ ਉਹ ਮਸ਼ੀਨਾਂ ਨੇ ਲੈ ਲਏ ਤੇ ਹੱਥਾਂ ਨਾਲ ਜਿਹੜਾ ਅਸੀਂ ਕੰਮ ਕਰਨਾ ਘਟ ਗਏ ਆ। ਉਸ ਨਾਲ ਕੀ ਹੈ, ਮੋਟਾਪਾ ਹੋ ਰਿਹਾ ਹੈ ਤੇ ਜਿਹੜਾ ਮੋਟਾਪਾ ਹੈ ਉਹ ਹਰ ਬਿਮਾਰੀ ਨੂੰ ਇਜਾਦ ਕਰ ਰਿਹਾ। ਅੱਜ ਕੱਲ੍ਹ ਹਰ ਬਿਮਾਰੀ ਦਾ ਜਿਹੜਾ ਮੁੱਖ ਕਾਰਨ ਹੈ ਉਹ ਮੋਟਾਪਾ ਹੋ ਰਿਹਾ ਹੈ। ਥੋੜਾ ਬਹੁਤ ਕੰਮ ਜੋ ਆਪਾਂ ਘਰਾਂ 'ਚ ਕਰਦੇ ਵੀ ਹਾਂ ਹੱਥੀਂ, ਉਹ ਵੀ ਆਪਾਂ ਕੰਮ ਵਾਲੀਆਂ ਰੱਖੀਆਂ ਹੋਈਆਂ ਲੋਕਾਂ ਨੇ ਘਰਾਂ ਦੇ ਵਿੱਚ। ਅਸੀਂ ਕੰਮ ਕਰਕੇ ਕਹਿ ਸਕਦੇ ਹਾਂ ਕਿ ਇੱਕ ਮੋਟਾਪਾ ਵੀ ਇਸ ਬਿਮਾਰੀ ਨੂੰ ਜਿਹੜਾ ਉਹ ਇਹਨੂੰ ਸੱਦਾ ਬਹੁਤ ਵੱਡਾ ਕਾਰਨ ਹੈ ਮੋਟਾਪਾ। ਉਸ ਦੇ ਨਾਲ ਹੀ ਮੈਂ ਕਹਿਣਾ ਚਾਹਾਂਗੀ ਕਿ ਮੋਟਾਪੇ ਦੇ ਨਾਲ ਆਪਣਾ ਖਾਣ ਪੀਣ ਦਾ ਜਿਹੜਾ ਰੁਝਾਨ ਹੈ ਉਹ ਬਹੁਤ ਜ਼ਿਆਦਾ ਬਦਲ ਗਿਆ ਹੈ। ਅੱਜ ਕੱਲ੍ਹ ਮੋਸਟਲੀ ਲੋਕੀ ਜਿਹੜੇ ਫਾਸਟ ਫੂਡ ਖਾ ਰਹੇ ਨੇ, ਮੋਮੋਜ਼ ਹੋ ਗਏ, ਚਿਕਨ ਹੋ ਗਿਆ, ਆਪਣੇ ਕਿ ਹੋਰ ਬਹੁਤ ਸਾਰੀਆਂ ਚੀਜ਼ਾਂ ਪਦਾਰਥ ਜੋ ਆਪਣੀ ਆਪਾਂ ਖੁਰਾਕ ਦੇ ਵਿੱਚ ਲੈਂਦੇ ਆ, ਸਾਨੂੰ ਜਿੱਥੇ ਤੱਕ ਮੈਨੂੰ ਲੱਗਦਾ ਸਾਨੂੰ ਬੰਦ ਕਰ ਦੇਣੇ ਚਾਹੀਦੇ ਨੇ। ਕੋਈ ਵੀ ਰਿਫਾਈਨਡ ਚੀਜ਼ਾਂ ਸਾਨੂੰ ਆਪਣੀ ਡਾਈਟ 'ਚ ਨਹੀਂ ਯੂਜ਼ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਸਾਰੇ ਜਿਹੜੇ ਨੇ ਇੱਕ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ। ਪੁਰਾਣੇ ਸਮੇਂ ਵਿੱਚ ਜਿਹੜਾ ਸੀਗਾ ਇਹ ਬਿਮਾਰੀ ਬਹੁਤ ਹੀ ਘੱਟ ਸੁਣਨ ਨੂੰ ਮਿਲਦੀ ਸੀ। ਉਹਦਾ ਕਾਰਨ ਵੀ ਇਹੀ ਸੀਗਾ ਕਿ ਜਿਹੜਾ ਆਪਾਂ ਸਧਾਰਨ ਖਾਣਾ, ਘਰ ਦਾ ਬਣਿਆ ਹੋਇਆ ਖਾਣਾ ਹੀ ਖਾਂਦੇ ਸੀਗੇ। ਦੇਸ਼ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਆ, ਰੋਟੀ ਖਾਣ ਦੇ ਬਹੁਤ ਸ਼ੌਕੀਨ ਨੇ। ਆਟਾ ਲੈਂਦੇ ਨੇ ਤਦਾਰ ਡੇਲੀ, ਕਈ ਲੋਕ ਤਾਂ 3-3 ਟਾਈਮ ਲੈ ਰਹੇ ਨੇ। ਜੇ ਅਸੀਂ ਸ਼ੂਗਰ ਦੇ ਮਰੀਜ਼ਾਂ ਨੂੰ ਇਹ ਦੱਸਣਾ ਹੋਵੇ ਕੀ ਖਾਣਾ ਚਾਹੀਦਾ, ਕਿਹੜਾ ਆਟਾ ਖਾਣਾ ਚਾਹੀਦਾ ਵਾ, ਤਾਂ ਉਹ ਕਿਹੜੇ ਆਉਂਦੇ ਆ? ਜਿਵੇਂ ਮੈਂਬਰਸ ਨੇ ਬਹੁਤ ਹੀ ਅੱਛੀ ਤਰ੍ਹਾਂ ਪਹਿਲਾਂ ਦੱਸਿਆ ਸੀਗਾ ਕਿ ਖੁਰਾਕ ਜਿਹੜਾ ਉਹਦਾ ਬਹੁਤ ਹੀ ਇਹਦੇ 'ਚ ਮਹੱਤਵਪੂਰਨ ਰੋਲ ਹੈ।
ਖੁਰਾਕ ਦੀ ਗੱਲ ਕਰੀਏ ਤੇ ਆਟਾ, ਮਿੱਸੀ ਰੋਟੀ ਇਹ ਇਹਨਾਂ ਲੋਕਾਂ ਨੂੰ ਦੇਣੀ ਬਹੁਤ ਜ਼ਰੂਰੀ ਹੈ ਸ਼ੂਗਰ ਦੇ ਮਰੀਜ਼ਾਂ ਨੂੰ। ਆਮ ਲਾਈਫ ਵਿੱਚ ਵੀ ਉਹ ਆਟੇ ਦਾ ਬਹੁਤ ਫਾਇਦਾ ਹੈ, ਪਰ ਮਿੱਸੀ ਰੋਟੀ ਦੇ ਨਾਲ ਮੈਂ ਕਹੂੰਗੀ ਕਿ ਜੌਂ, ਰਾਗੀ, ਬੇਸਨ ਜਿਹਨੂੰ ਆਪਾਂ ਕਹਿੰਦੇ ਕਿ ਮਲਟੀਗ੍ਰੇਨ ਆਟਾ ਜਿਹੜਾ ਉਹ ਹੋਣਾ ਚਾਹੀਦਾ ਰੋਟੀ ਵਾਸਤੇ, ਉਹ ਜੋ ਕਿ ਸਾਡੇ ਸਰੀਰ ਵਿੱਚ ਫਾਈਬਰ ਦਾ ਕੰਮ ਕਰਦਾ ਹੈ ਤੇ ਸਾਡੀ ਆਂਤੜੀਆਂ ਨੂੰ ਚੰਗੀ ਤਰ੍ਹਾਂ ਅੰਦਰੋਂ ਸਾਫ਼ ਕਰ ਦਿੰਦਾ ਹੈ। ਕਿਉਂਕਿ ਜਿਹੜੀ ਕਣਕ ਹੈ ਉਹ ਸਾਡੇ ਸਰੀਰ 'ਚ ਲੇਟ ਪਚਦੀ ਹੈ, ਕਹਿੰਦੇ ਆ ਕਿ ਉਹਦੀ ਡਾਈਜੈਸ਼ਨ ਜਿਹੜੀ ਆ ਉਹ ਲੇਟ ਹੁੰਦੀ ਹੈ, ਪਰ ਵੇਸਣ ਜਿਹੜਾ ਉਹ ਛੇਤੀ ਪਚ ਜਾਂਦਾ ਹੈ। ਜਿਹੜੇ ਕਣਕ ਹੈ ਉਹਦੇ ਵਿੱਚ ਫਾਈਬਰ ਬਹੁਤ ਘੱਟ ਹੁੰਦਾ ਵਾ, ਮਤਲਬ ਕਿ ਰੇਸ਼ਾ ਜਿਹੜਾ ਕਹੀਏ ਕਿ ਜੋ ਆਪਣੇ ਖਾਣੇ ਨੂੰ ਪਚਾਉਣ 'ਚ ਬਹੁਤ ਮਦਦਗਾਰ ਹੈ, ਉਹ ਬਹੁਤ ਥੋੜਾ ਹੁੰਦਾ ਹੈ। ਔਰ ਅਗਰ ਇਹਦੇ ਨਾਲ ਹੀ ਹਰੇ ਪੱਤੇ ਦੀ ਸਬਜ਼ੀਆਂ ਅਸੀਂ ਜ਼ਿਆਦਾ ਯੂਜ਼ ਕਰੀਏ, ਫਾਈਬਰ ਜਿਵੇਂ ਅੱਜ ਕੱਲ੍ਹ ਸਾਗ, ਪਾਲਕ, ਮੇਥੀ ਸਾਰਾ ਕੁਝ ਬਹੁਤ ਅਵੇਲੇਬਲ ਹੈ, ਉਸ ਰੋਟੀ ਵਿੱਚ ਉਹ ਮਿਕਸ ਕਰਕੇ ਰੋਟੀ ਨੂੰ ਅਸੀਂ ਬੜੇ ਸਵਾਦ ਦਾ ਵੀ ਬਣਾ ਸਕਦੇ ਹਾਂ, ਔਰ ਉਹ ਸਾਡੇ ਸਰੀਰ ਦੇ ਲਈ ਵੀ ਬਹੁਤ ਅੱਛੀ ਹੈ ਕਿਉਂਕਿ ਸ਼ੂਗਰ ਦੀ ਕੰਜ਼ੰਪਸ਼ਨ ਉਹਦੇ ਵਿੱਚ ਕਰਨੀ। ਇਹਦੇ ਵਿੱਚ ਆਪਾਂ ਭੁੱਜੇ ਛੋਲੇ ਵਗੈਰਾ ਵੀ ਲੈ ਸਕਦੇ ਹਾਂ, ਜਾਂ ਮੱਕੀ ਜਿਹੜੀ ਹੋ ਸਕਦੀ ਉਹ ਵੀ ਲੈ ਸਕਦੇ ਹਾਂ। ਮੱਕੀ ਭੁੱਜੇ ਇੱਥੇ ਮੈਂ ਦੱਸਣਾ ਚਾਹਾਂਗੀ ਕਿ ਜਿੱਦਾਂ ਸ਼ੂਗਰ ਜਿਹੜੀ ਹੈ ਉਹ ਆਪਣੀ ਅੱਖਾਂ ਤੇ ਅਸਰ ਪਾਉਂਦੀ ਹੈ, ਇਸ ਲਈ ਸਾਨੂੰ ਕੈਰੋਟੀਨ ਆਪਣੀ ਡਾਈਟ 'ਚ ਜ਼ਰੂਰ ਲੈਣੀ ਚਾਹੀਦੀ ਹੈ, ਜਿੱਦਾਂ ਕਿ ਗਾਜਰ ਹੋ ਗਈ, ਪਪੀਤਾ ਹੋ ਗਿਆ, ਉਹ ਸਾਡੀ ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦੇ ਆ, ਇਸ ਲਈ ਸ਼ੂਗਰ ਦੇ ਮਰੀਜ਼ ਨੂੰ ਕੈਰੋਟੀਨ ਡਾਈਟ ਜ਼ਰੂਰ ਲੈਣੀ ਚਾਹੀਦੀ ਹੈ। ਇੱਥੇ ਮੈਂ ਵੀ ਦੱਸਾਂਗੀ ਕਿ ਇੱਕ ਸ਼ੂਗਰ ਦੇ ਮਰੀਜ਼ਾਂ 'ਚ ਵਹਿਮ ਵੀ ਹੁੰਦਾ ਹੈ ਕਿ ਆਪਾਂ ਅਗਰ ਰੋਟੀ ਘੱਟ ਹੀ ਖਾਈਏ ਤਾਂ ਚੰਗਾ ਹੈ ਕਿਉਂਕਿ ਸ਼ੂਗਰ ਜਿਹੜੀ ਵੱਧ ਜਾਂਦੀ ਹੈ, ਬਟ ਇਹ ਜਿਹੜਾ ਬਿਲਕੁਲ ਗਲਤ ਹੈ। ਰੋਟੀ ਜਿਹੜੀ ਹੈ ਉਹ ਖਾਣੀ ਚਾਹੀਦੀ ਹੈ, ਥੋੜੀ ਜਿਹੜੀ ਆ ਥੋੜੇ ਚਿਰ ਬਾਅਦ ਜਿਹੜੀ ਆ ਉਹ ਖਾ ਸਕਦੇ ਇੱਕੋ ਵਾਰੀ 'ਚ ਜ਼ਿਆਦਾ ਨਾ ਖਾ ਕੇ ਸੰਖੇਪ ਵਿੱਚ ਪੇਟ ਭਰ ਕੇ ਨਹੀਂ ਖਾਣਾ ਚਾਹੀਦਾ, ਆਪਣੀ ਭੁੱਖ ਤੋਂ ਥੋੜਾ ਰੱਖ ਕੇ ਥੋੜਾ ਖਾਣਾ ਘੱਟ ਕਰਕੇ ਖਾ ਸਕਦੇ। ਸੰਖੇਪ ਵਿੱਚ ਇਹ ਕਹਿਣਾ ਚਾਹਾਂਗੇ ਕਿ ਜੋ ਸੀਰੀਅਲ ਸਾਡਾ ਰਵਾਇਤੀ ਫੂਡ ਹੈ, ਘਰ ਵਿੱਚ ਬਣਦਾ ਖਾਣਾ, ਦਾਲਾਂ, ਸਬਜ਼ੀਆਂ, ਉਹਨਾਂ ਦੀ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ। ਔਰ ਨਾਨ ਵੈਜੀਟੇਰੀਅਨ ਲੋਕਾਂ ਨੂੰ ਮੈਂ ਖਾਸ ਕਰਕੇ ਉਹ ਕਹੂੰਗੀ ਮਾਸਾਹਾਰੀ ਜਿਹੜੇ ਮਾਸ ਖਾਂਦੇ ਆ, ਰੈੱਡ ਮੀਟ ਤੋਂ, ਲਾਲ ਜਿਹੜਾ ਬੱਕਰੇ ਦਾ ਮੀਟ ਹੈ ਉਸ ਤੋਂ ਪਰਹੇਜ਼ ਕਰਨ ਕਿਉਂਕਿ ਉਸ ਦੇ ਵਿੱਚ ਕੈਲਰੀਜ਼ ਬਹੁਤ ਜ਼ਿਆਦਾ ਹੈ ਔਰ ਦਿਲ ਦੀਆਂ ਬਿਮਾਰੀਆਂ ਔਰ ਸ਼ੂਗਰ ਜਾਂ ਕੈਂਸਰ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਜ਼ਿਆਦਾ ਚਾਂਸਿਸ ਆ। ਤੇ ਸ਼ਾਕਾਹਾਰੀ ਭੋਜਨ ਤੇ ਜ਼ਿਆਦਾ ਜ਼ੋਰ ਦੇਣ। ਸ਼ਾਕਾਹਾਰੀ ਭੋਜਨ ਵੀ ਉਹ ਲਿਆ ਜਾਣਾ ਚਾਹੀਦਾ ਵਾ ਜਿਹੜਾ ਕਿ ਤਲਿਆ ਨਾ ਹੋਵੇ, ਉਹਦੇ ਵਿੱਚ ਕੁਝ ਇਦਾਂ ਦਾ ਨਾ ਹੋਵੇ ਜਿਹੜਾ ਬਾਹਰ ਦਾ ਫੂਡ ਆਪਾਂ ਲੈ ਰਹੇ ਹਾਂ। ਇਹ ਜੇ ਗੱਲ ਕਰੀਏ ਆਪਾਂ ਸ਼ੂਗਰ ਵਾਲੇ ਮਰੀਜ਼ਾਂ ਦੀ, ਤਾਂ ਇਹਨਾਂ ਦੇ ਕੀ ਲੱਛਣ ਹੁੰਦੇ ਆ? ਜਿੱਦਾਂ ਸ਼ੁਰੂਆਤ 'ਚ ਹੀ ਦੱਸਿਆ ਕਿ ਇਸ ਬਿਮਾਰੀ ਦੇ 3 ਮੁੱਖ ਲੱਛਣ ਹਨ: ਬਾਰ-ਬਾਰ ਪਿਸ਼ਾਬ ਆਉਣਾ, ਬਾਰ-ਬਾਰ ਭੁੱਖ ਲੱਗਣਾ ਤੇ ਬਹੁਤ ਜ਼ਿਆਦਾ ਪਿਆਸ ਲੱਗਣਾ। ਉਸ ਦੇ ਨਾਲ ਹੀ ਮੈਂ ਕਹਿਣਾ ਚਾਹਾਂਗੀ ਕਿ ਥਕਾਵਟ ਹੋ ਜਾਂਦੀ ਹੈ, ਅੱਖਾਂ ਦੀ ਰੋਸ਼ਨੀ ਦਾ ਘਟਣਾ। ਇੱਥੇ ਇਨਸਾਨ ਦੱਸਣਾ ਚਾਹਾਂਗੀ ਕਿ ਅੱਖਾਂ ਦੀ ਰੋਸ਼ਨੀ ਇੱਕ ਟਾਈਮ ਤੇ ਇੰਨੀ ਜ਼ਿਆਦਾ ਘਟ ਜਾਂਦੀ ਹੈ ਕਿ ਇੱਕ ਟਾਈਮ ਤੇ ਉਹ ਅੰਨਾ ਵੀ ਹੋ ਸਕਦਾ ਹੈ, ਤੇ ਜ਼ਖਮਾਂ ਦਾ ਬਹੁਤ ਜ਼ਿਆਦਾ ਲੇਟ ਭਰਨਾ ਇਸ ਦੇ ਬਿਮਾਰੀ ਦੇ ਮੁੱਖ ਲੱਛਣ ਹਨ। ਮਤਲਬ ਆਪਾਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਹਰ ਇਨਸਾਨ ਜਦੋਂ ਬਹੁਤ ਜ਼ਿਆਦਾ ਵੀਕ ਹੋ ਜਾਂਦਾ ਹੈ ਕਿ ਸ਼ਕਤੀ ਨਹੀਂ ਰਹਿੰਦੀ ਬੰਦੇ ਦੇ ਵਿੱਚ ਕੰਮ ਕਰਨ ਦੀ, ਤੇ ਉਹ ਲੱਛਣ ਹੋ ਸਕਦਾ ਹੈ ਉਹ ਅਗਰ ਚੈੱਕ ਮਤਲਬ ਕਰਾਂਗੇ। ਕਿ ਅਲਟੀਮੇਟਲੀ ਸਾਡੀ ਜਿਹੜੀ ਰੋਗ ਪ੍ਰਤੀਰੋਧਕ ਸ਼ਕਤੀ ਹੈ ਇਹ ਉਹਦੇ ਉੱਤੇ ਇਫੈਕਟ ਕਰਦੀ ਹੈ। ਲੜਾਈ ਮਤਲਬ ਕਿ ਸਾਡੀ ਜਿਹੜੀ ਬਾਡੀ ਦੇ ਵਿੱਚ ਸ਼ਕਤੀ ਹੁੰਦੀ ਹੈ ਬਿਮਾਰੀਆਂ ਦੇ ਨਾਲ ਲੜਨ ਦੀ, ਉਹ ਬਿਲਕੁਲ ਘਟ ਜਾਂਦੀ ਹੈ। ਜਿਸ ਨੂੰ ਆਪਾਂ immunity level weak ਹੋ immunity ਜਾਂਦਾ level ਬਿਲਕੁਲ ਘਟ ਜਾਂਦਾ ਹੈ। ਜ਼ਖਮ ਇਸੇ ਲਈ ਜਿਹੜੇ ਨੇ ਉਹ ਲੇਟ ਭਰਦੇ ਨੇ ਕਿਉਂਕਿ ਇਮਿਊਨਿਟੀ ਜਿਹੜੀ ਆ ਉਹ ਬਹੁਤ ਘੱਟ ਜਾਂਦੀ ਹੈ। ਕਿਹਾ ਜਾਂਦਾ ਕਿ ਇੱਕ ਵੱਡੀ ਜ਼ਖਮ ਹੋ ਚਿੰਤਾ ਜਾਂਦਾ ਦਾ ਸ਼ੂਗਰ ਵਿਸ਼ਾ ਦਾ ਇਹਦੇ 'ਚ ਠੀਕ ਨਹੀਂ ਹੁੰਦਾ, ਉਹਦਾ ਇਹੀ ਕਾਰਨ ਹਾਂਜੀ ਬਿਲਕੁਲ, ਇਮਿਊਨਿਟੀ ਘੱਟ ਜਾਂਦੀ, ਬਿਮਾਰੀਆਂ ਨਾਲ ਲੜਨ ਦੀ ਜਿਹੜੀ ਸ਼ਕਤੀ ਜਿਹੜੀ ਆ ਉਹ ਘੱਟ ਜਾਂਦੀ ਵੱਡੀ ਹੈ। ਚਿੰਤਾ ਦਾ ਕਾਰਨ ਇਹ ਹੈ ਕਿ ਬਿਮਾਰੀ ਕਦੇ ਇਕੱਲੀ ਨਹੀਂ ਹੁੰਦੀ। ਜਦੋਂ ਜਿਹਨੂੰ ਡਾਇਬਟੀਮਲਾਈਟਿਸ ਹੋਏਗਾ, ਜਿਹੜੀ ਬਿਮਾਰੀ ਟੈਕਨੀਕਲੀ ਇਸ ਨੂੰ ਨਾਮ ਦਿੰਦੇ ਸ਼ੂਗਰ ਦੀ ਬਿਮਾਰੀ ਨੂੰ ਡਾਇਬਟੀਮਲਾਈਟਿਸ, ਉਹ ਹਾਈਪਰਟੈਂਸ਼ਨ, ਉਹਨੂੰ ਹਾਰਟ ਪ੍ਰੋਬਲਮ, ਉਹਦੀਆਂ ਨਸਾਂ Kidneys ਦੀਆਂ ਸੁੱਕਣੀਆਂ, problem, ਉਹਦੀ ਜਿੱਦਾਂ ਸ਼ੁਰੂਆਤ 'ਚ ਗੁਰਦੇ ਖਰਾਬ ਦੱਸਿਆ ਹੋਣੇ, 3 ਉਹਦੀਆਂ ਮੁੱਖ ਅੱਖਾਂ ਦੀ ਦੇ ਬਿਮਾਰੀ। ਦੁਸ਼ਪ੍ਰਭਾਵ ਹਨ: ਰੈਟੀਨੋਪੈਥੀ, ਨਿਊਰੋਪੈਥੀ ਤੇ ਨੈਫਰੋਪੈਥੀ। ਰੈਟੀਨੋ ਅੱਖਾਂ ਦੇ ਰੈਟੀਨਾ ਤੇ ਅਸਰ ਪਾਉਂਦੀ ਹੈ, ਨੈਫਰੋਪੈਥੀ ਨਰਵਸ ਸਿਸਟਮ ਨੂੰ ਡੈਮੇਜ ਕਰਦੀ ਹੈ, ਤੇ ਆਪਣੀ ਜਿਹੜੀ ਹੈ ਨਿਊਰੋਪੈਥੀ ਹੈ ਉਹ ਹੈ ਨਰਵਸ ਸਿਸਟਮ ਨੂੰ ਡੈਮੇਜ ਕਰਨਾ, ਤੇ ਨੈਫਰੋਪੈਥੀ ਹੈ ਕਿਡਨੀਜ਼ ਨੂੰ ਡੈਮੇਜ ਕਰਦੀ ਹੈ। ਅੱਛਾ, ਸ਼ੂਗਰ ਰੋਗ ਦੀ ਜਾਂਚ ਜੇ ਕਰਨੀ ਹੋਵੇ ਤਾਂ ਕਿਵੇਂ ਕੀਤੀ ਜਾ ਸਕਦੀ? ਹੁਣ ਜਿੱਦਾਂ ਕਿ ਸਾਨੂੰ ਭਾਵਨਾ ਮੈਮ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਹੈ ਕਿ ਇਹਦੇ ਲੱਛਣ ਕੀ ਹਨ। ਸੋ ਲੱਛਣਾਂ ਤੋਂ ਹੀ ਜਿਹੜਾ ਆ ਇੱਕ ਤਾਂ ਇਨਸਾਨ ਜਾਣੂ ਹੋ ਜਾਂਦਾ ਹੈ ਕਿ ਮੈਨੂੰ ਸ਼ੂਗਰ ਹੈ, ਸੋ ਥੋੜਾ ਜਿਹਾ ਸੁਚੇਤ ਹੋ ਜਾਂਦਾ ਹੈ। ਬਟ ਕਈ ਵਾਰੀ ਇਦਾਂ ਵੀ ਹੁੰਦਾ ਹੈ ਕਿ ਕਈ ਲੋਕਾਂ ਨੂੰ ਜਿਹੜਾ ਉਹ ਪਤਾ ਹੀ ਨਹੀਂ ਲੱਗਦਾ, ਲੱਛਣ ਆਉਂਦੇ ਹੀ ਨਹੀਂ। ਸੋ ਉਹ ਜਿਹੜੇ ਇਹ ਜ਼ਰੂਰੀ ਬਣਦਾ ਹੈ ਕਿ ਹਰ 6 ਮਤਲਬ ਕਿ ਮਹੀਨੇ ਅਸੀਂ ਬਾਅਦ ਹਸਪੀਟਲ ਜਦੋਂ ਜਾਂਦੇ ਕਿਸੇ ਹੋਰ ਟੈਸਟ ਕਰਵਾਉਣ ਵਾਸਤੇ ਜਾਂਦੇ ਆ, ਪਰ ਸਾਨੂੰ ਟੈਸਟ ਦੂਸਰੇ ਟੈਸਟਾਂ ਤੋਂ ਹੀ ਪਤਾ ਲੱਗ ਜਾਂਦਾ ਕਿ ਸਾਨੂੰ ਸ਼ੂਗਰ ਵੀ ਹੈਗੀ ਹੈ। ਤੇ ਜਿਹੜੀ ਜਾਂਚ ਇਹਦੀ ਕਰਾਉਣੀ ਬਹੁਤ ਜ਼ਰੂਰੀ ਹੈ। 3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਇਹ ਜਾਂਚ ਕਰਾਉਣੀ ਬਹੁਤ ਜ਼ਰੂਰੀ ਹੈ। ਬਿਲਕੁਲ ਜਿਵੇਂ ਮਾਹਿਰ ਦੱਸ ਰਹੇ ਆ, ਲੋਕਾਂ ਨੂੰ ਅਸੀਂ ਇਹ ਬੇਨਤੀ ਕਰ ਰਹੇ ਹਾਂ ਔਰ ਸਮਝਾਉਣਾ ਜ਼ਰੂਰੀ ਸਮਝਦੇ ਹਾਂ ਕਿ ਇਹ ਚੀਜ਼ ਜਿਹੜੀ ਆ ਇਸ ਬਿਮਾਰੀ ਦੇ ਲਈ ਬਹੁਤ ਸਾਰਾ ਆਲਸ ਨਾ ਕੀਤਾ ਜਾਏ, ਕਦੇ ਵੀ ਇਹਨੂੰ ਇਗਨੋਰ ਨਾ ਕੀਤਾ ਜਾਵੇ। ਜਦੋਂ ਕਦੇ ਵੀ ਕਿਸੇ ਉਮਰ ਵਿੱਚ
ਜ਼ਿਆਦਾ ਪਿਸ਼ਾਬ ਆਉਣਾ, ਬਾਰ-ਬਾਰ ਪਿਸ਼ਾਬ ਆਉਣਾ, ਬਹੁਤ ਭੁੱਖ ਦਾ ਵੱਧ ਜਾਣਾ, ਭਾਰ ਬਹੁਤ ਵੱਧ ਜਾਣਾ, ਲੋੜ ਤੋਂ ਵੱਧ ਜਾਣਾ, ਅੱਖਾਂ ਦੀ ਰੋਸ਼ਨੀ ਦਿਨ ਬ ਦਿਨ ਘੱਟ ਹੁੰਦੀ ਜਾਣੀ, ਜਾਂ ਕੰਮ ਕਰਨ ਦੇ ਵਿੱਚ ਕੋਈ ਕਮਜ਼ੋਰੀ ਮਹਿਸੂਸ ਕਰਨਾ, ਤੇ ਤੁਰੰਤ ਸਾਨੂੰ ਡਾਕਟਰ ਦੀ ਜਾਂਚ ਕਰਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਬਿਮਾਰੀ ਉਹ ਆ ਜਿਹਦਾ ਇਲਾਜ ਤਾਂ ਕੋਈ ਨਹੀਂ, ਪਰ ਬਚਾਅ ਹੈ ਤਾਂ 100%। ਪਰਹੇਜ਼ ਅਸੀਂ ਦਾ ਨੂੰ ਪਰਹੇਜ਼ ਬਹੁਤ, ਜਿਵੇਂ ਸਿਆਣੇ ਕਹਿੰਦੇ ਆ ਕਿ ਕਹਿੰਦੇ ਪਰਹੇਜ਼ ਹੀ ਸਭ ਤੋਂ ਕਹਿੰਦੇ ਹਰ ਬਿਮਾਰੀ ਦਾ ਜਿਹੜਾ ਉਹ ਬਚਾਅ, ਇਲਾਜ ਨਾਲੋਂ ਪਰਹੇਜ਼ ਹਮੇਸ਼ਾ ਸਸਤਾ ਤੇ ਸੌਖਾ ਪੈਂਦਾ। ਇਹ ਜੀਵਨ ਸ਼ੈਲੀ ਦੀ ਬਿਮਾਰੀਆਂ ਉਹ ਬਿਮਾਰੀਆਂ ਜਿਨ੍ਹਾਂ 'ਚ ਪਰਹੇਜ਼ ਬਹੁਤ ਅਹਿਮ ਹੈ। ਟੈਸਟ ਵੀ ਅਸੀਂ ਇੱਥੇ ਦੱਸਣਾ ਚਾਹਾਂਗੇ ਕਿ ਲੋਕਾਂ ਨੂੰ ਸੁਚੇਤ ਕਰਨਾ ਚਾਹਾਂਗੇ ਕਿਹੜੇ ਟੈਸਟ ਨੇ ਜਿਹੜੇ ਉਹ ਕਰਵਾ ਸਕਦੇ ਹਨ। ਸਭ ਤੋਂ ਪਹਿਲਾ ਟੈਸਟ ਆਉਂਦਾ ਹੈ HbA1c ਟੈਸਟ, ਜਿਹਦੇ ਵਿੱਚ ਸ਼ੂਗਰ ਦੇ 3 ਮਹੀਨੇ ਦੀ ਐਵਰੇਜ ਜਿਹੜਾ ਹੈ ਉਹਦਾ ਪੱਧਰ ਦੇਖਿਆ ਜਾਂਦਾ ਹੈ। ਦੂਸਰਾ ਟੈਸਟ ਹੈ ਫਾਸਟਿੰਗ ਬਲੱਡ ਸ਼ੂਗਰ। ਫਾਸਟਿੰਗ ਤੋਂ ਹੀ ਮੈਂ ਦੱਸਣਾ ਚਾਹਾਂਗੀ, ਨਾਮ ਤੋਂ ਹੀ ਬਹੁਤ ਜ਼ਿਆਦਾ ਕਲੀਅਰ ਹੈ ਕਿ ਭੁੱਖੇ ਪੇਟ ਟੈਸਟ ਕਰਵਾਉਣਾ, ਖੂਨ ਦੀ ਜਾਂਚ ਕਰਵਾਉਣੀ। ਜੇ ਖੂਨ ਦੇ ਵਿੱਚ 70 ਤੋਂ ਲੈ ਕੇ 120 ਤੱਕ ਦਰਮਿਆਨ ਸ਼ੂਗਰ ਦਾ ਲੈਵਲ ਹੈ ਤਾਂ ਉਸ ਇਨਸਾਨ ਨੂੰ ਆਪਾਂ ਸ਼ੂਗਰ ਨਹੀਂ ਆਕਾਂਗੇ, ਪਰ ਜੇ 120 ਤੋਂ ਜ਼ਿਆਦਾ ਹੈ ਤਾਂ ਫਿਰ ਉਸ ਇਨਸਾਨ ਨੂੰ ਸ਼ੂਗਰ ਹੈ। ਜੇਕਰ ਗੱਲ ਕਰੀਏ ਇਸ ਦੇ ਤੀਸਰੇ ਟੈਸਟ ਦੀ ਤੇ ਉਹ ਹੈਗਾ ਰੈਂਡਮ ਬਲੱਡ ਸ਼ੂਗਰ ਟੈਸਟ, ਜਿੱਦਾਂ ਕਿ ਨਾਮ ਤੋਂ ਹੀ ਪਤਾ ਲੱਗ ਗਿਆ ਹੈ ਕਿ ਅਸੀਂ ਖਾਣਾ ਖਾਣ ਦੇ 2 ਜਾਂ 3 ਘੰਟੇ ਬਾਅਦ ਇਹ ਵਾਲਾ ਟੈਸਟ ਕਰਦੇ ਹਾਂ, ਤੇ ਜੇਕਰ ਸ਼ੂਗਰ ਦਾ ਲੈਵਲ ਸਾਡਾ 90 ਤੋਂ 140 ਦੇ ਵਿੱਚ ਆਉਂਦਾ ਹੈ ਜਾਂ ਇਸ ਤੋਂ ਵੱਧ ਇਸ ਦੇ ਵਿੱਚ ਆਉਂਦਾ ਹੈ ਤਾਂ ਫਿਰ ਇਟ ਮੀਨਸ ਤੁਹਾਨੂੰ ਸ਼ੂਗਰ ਨਹੀਂ ਹੈ। ਬਟ ਜੇ 140 ਤੋਂ ਜ਼ਿਆਦਾ ਆਉਂਦਾ ਹੈ ਇਹਦਾ ਮਤਲਬ ਹੈ ਕਿ ਤੁਸੀਂ ਜਾਂਚ ਕਰਾਉਣ ਦੀ ਜ਼ਰੂਰਤ ਹੈ। ਆਪਾਂ ਇੱਕਦਮ ਥੋੜੀ ਜਿਹੀ ਸ਼ੂਗਰ ਵਧਣ ਨੂੰ ਆਪਾਂ ਇਹ ਨਹੀਂ ਕਵਾਂਗੇ ਕਿ ਉਸ ਇਨਸਾਨ ਨੂੰ ਸ਼ੂਗਰ ਹੈ, ਪਰ ਇਹ ਕਿ ਬਾਰ-ਬਾਰ ਚੈੱਕ ਕਰਾਉਣਾ ਚਾਹੀਦਾ ਵਾ। ਨਿਯਮਿਤ ਰੂਪ ਦੇ ਨਾਲ ਜਿਹੜੇ ਆਪਣੇ ਟੈਸਟ ਕਰਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਪਰ ਹੈ। ਜਾਂਚ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਇਹ ਬਿਮਾਰੀ ਘਰ ਜਾਂਦੀ ਹੈ ਜਾਂ ਪਤਾ ਹੋਵੇ ਕਿ ਪੀੜ੍ਹੀ ਦਰ ਪੀੜ੍ਹੀ ਚੱਲ ਰਹੀ ਆ, ਉੱਥੇ ਇਹਦੇ ਇhtiyat ਵਰਤਣੇ ਬਹੁਤ ਜ਼ਰੂਰੀ ਆ। ਉਸ ਲੈਵਲ ਤੇ ਜਦੋਂ ਕੋਈ ਵੀ ਅਲਾਮਤ ਉਹਨਾਂ ਵਿੱਚੋਂ ਜਿੰਨੀਆਂ ਅਸੀਂ ਮਾਹਿਰਾਂ ਨੇ ਦੱਸੀਆਂ ਕਿ ਪਿਸ਼ਾਬ ਆਉਂਦਾ ਬਾਰ-ਬਾਰ, ਜਾਂ ਭੁੱਖ ਲੱਗਦੀ ਹੈ, ਜਾਂ ਭਾਰ ਘਟਦਾ ਹੈ, ਜਾਂ ਕਮਜ਼ੋਰੀ ਮਹਿਸੂਸ ਹੁੰਦੀ, ਤੇ ਟੈਸਟ ਕਰਾਉਣੇ ਬਹੁਤ ਜ਼ਰੂਰੀ ਬਣ ਜਾਂਦੇ ਆ, ਕਿਉਂਕਿ ਕਹਿੰਦੇ ਨਾ ਸ਼ੁਰੂਆਤੀ ਜਿਹੜਾ ਇਲਾਜ ਹੋ ਜਾਵੇ ਤੇ ਉਹਦੇ 'ਚ ਬਹੁਤ ਹੀ ਬਚਾਅ ਹੋ ਜਾਂਦਾ। ਸ਼ੂਗਰ ਰੋਗ ਦੀ ਰੋਕਥਾਮ ਅਖੀਰ ਤੱਕ ਜੇ ਕਰਨੀ ਹੋਵੇ ਤਾਂ ਕਿੱਦਾਂ ਕੀਤੀ ਜਾ ਸਕਦੀ ਹੈ? ਹਾਂਜੀ ਬਿਲਕੁਲ, ਰੋਕਥਾਮ ਬਾਰੇ ਜਾਣਕਾਰੀ ਦੇਣੀ ਬਹੁਤ ਇੱਥੇ ਜ਼ਰੂਰੀ ਬਣਦੀ ਆ। ਜਾਣਕਾਰੀ ਲੋਕਾਂ ਨੂੰ ਹੈਗੀ ਆ, ਇਹਦੇ ਬਾਰੇ ਲੋਕੀ ਥੋੜਾ ਬਹੁਤ ਸੁਚੇਤ ਵੀ ਹਨ ਕਿ ਬਿਮਾਰੀ ਹੈਗੀ ਕੀ ਆ, ਪਰ ਇਹਦੀ ਰੋਕਥਾਮ ਕਿਵੇਂ ਹੈ, ਇਹਦਾ ਬਚਾਅ ਕੀ ਹੈ, ਇਹਦੇ ਤੇ ਜ਼ਿਆਦਾ ਆਪਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਰੋਕਥਾਮ ਉੱਤੇ ਸਭ ਤੋਂ ਪਹਿਲਾਂ ਧਿਆਨ ਦੇਣਾ ਚਾਹੀਦਾ ਆਪਾਂ ਨੂੰ ਖਾਣ ਪਾਣ ਦੇ ਉੱਤੇ, ਯਾਨੀ ਕਿ ਆਪਾਂ ਜਿਹੜਾ ਖਾਣਾ ਪੀਣਾ ਹੈ, ਰੋਜ਼ਾਨਾ ਖਾਣਾ ਖਾਂਦੇ ਹਾਂ, ਹਾਂਜੀ। ਸਾਡਾ ਖਾਣਾ ਪੀਣਾ ਉਹਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਹੈ। 80% ਰੋਲ ਅਦਾ ਕਰਦਾ ਹੈ ਆਪਣਾ ਜਿਹੜਾ ਖਾਣ ਪਾਣ ਹੈ, ਖਾਣਾ ਪੀਣਾ, ਖੁਰਾਕ ਆਪਣੀ ਕਿਸੇ ਹੋਰ ਬਿਮਾਰੀ ਦਾ ਜਾਂ ਇਸੇ ਬਿਮਾਰੀ ਨੂੰ ਬਚਾਉਣ ਲਈ। ਇਹਦੇ ਵਿੱਚ ਮੈਂ ਦੱਸਣਾ ਚਾਹਾਂਗੀ ਕਿ ਆਪਣਾ ਜਿਹੜਾ ਖਾਣਾ ਹੈ ਬਿਲਕੁਲ ਸੰਤੁਲਿਤ ਹੋਣਾ ਚਾਹੀਦਾ ਹੈ। ਅੱਜ ਕੱਲ੍ਹ ਆਪਾਂ ਕੀ ਕਰਦੇ ਹਾਂ ਕਿ ਇੱਕ ਤਰ੍ਹਾਂ ਦੀ ਚੀਜ਼ ਲੈ ਲਈ, ਇੱਕ ਰੋਟੀ ਇੱਕ ਸਬਜ਼ੀ ਲੈ ਲਈ, ਤੇ ਆਪਾਂ ਸਮਝਦੇ ਹਾਂ ਕਿ ਹਾਂਜੀ ਸਾਡਾ ਖਾਣਾ ਦੀ ਪੂਰਤੀ ਹੋ ਗਈ ਹੈ। ਆਪਣੇ ਖਾਣੇ ਦੇ ਵਿੱਚ ਪੂਰੇ ਤੱਤ ਨਹੀਂ ਹੈਗੇ, ਇਸ ਕਰਕੇ ਆਪਾਂ ਨੂੰ ਖਾਣੇ ਦੇ ਨਾਲ ਨਾਲ ਸਲਾਦ, ਦਹੀਂ, ਸਬਜ਼ੀ, ਦਾਲ, ਹਰ ਚੀਜ਼ ਇੱਕ ਸੰਤੁਲਿਤ ਮਾਤਰਾ 'ਚ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜਿਵੇਂ ਕਿ ਗੱਲ ਕਰੀਏ ਟ੍ਰੈਡੀਸ਼ਨਲ ਫੂਡ ਦੀ, ਟ੍ਰੈਡੀਸ਼ਨਲ ਫੂਡ ਤੋਂ ਭਾਵ ਹੈ ਕਿ ਸਾਡਾ ਘਰ ਦੇ ਵਿੱਚ ਬਣਿਆ ਹੋਇਆ ਖਾਣਾ ਸਾਨੂੰ ਉਹੀ ਪ੍ਰੈਫਰ ਕਰਨਾ ਚਾਹੀਦਾ ਹੈ। ਕਿਉਂਕਿ ਉਹ ਬਹੁਤ ਜ਼ਿਆਦਾ ਸੇਫ ਹੁੰਦਾ ਹੈ, ਹੈਲਦੀ ਹੁੰਦਾ ਹੈ, ਤੇ ਉਹ ਸਾਡੀ ਸਿਹਤ ਨੂੰ ਅਲਟੀਮੇਟਲੀ ਜੋ ਸਾਡੀ ਸਿਹਤ ਹੈ ਉਹਨੂੰ ਕੀ ਆ ਲਾਭ ਪਹੁੰਚਾਉਂਦਾ ਹੈ। ਟ੍ਰੈਡੀਸ਼ਨਲ ਫੂਡ ਦੇ ਨਾਲ ਮੈਂ ਦੱਸਣਾ ਚਾਹਾਂਗੀ ਕਿ ਸੀਜ਼ਨਲ ਫੂਡ ਲੈਣਾ ਚਾਹੀਦਾ ਹੈ, ਜੋ ਆਪਣਾ ਮੌਸਮੀ ਸਬਜ਼ੀਆਂ ਹੈ, ਮੌਸਮੀ ਫਰੂਟ ਹੈ, ਉਹ ਲੈਣਾ ਚਾਹੀਦਾ। ਉਸ ਨਾਲ ਇਨਸਾਨ ਜਿਹੜਾ ਉਹ ਜ਼ਿਆਦਾ ਠੀਕ ਰਹਿੰਦਾ ਹੈ। ਤੇ ਫਲਾਂ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਖੱਟੇ ਫਲ ਜਿਹੜੇ ਆ ਉਹ ਜ਼ਰੂਰ ਲੈਣੇ ਚਾਹੀਦੇ, ਜਿੱਦਾਂ ਸੰਤਰੇ ਹੋ ਗਏ ਜਾਂ ਫਿਰ ਆਮਲਾ ਆ, ਮਸੰਮੀਆਂ ਮਸੰਮੀਆਂ ਹੋ ਗਏ। ਇੱਥੇ ਮੈਂ ਮਰੀਜ਼ਾਂ ਦੇ ਵਿੱਚ ਜਿਹੜਾ ਵਿਟਾਮਿਨ ਸੀ ਦਾ ਜਿਹੜਾ ਪੱਧਰ ਹੈ ਉਹ ਘੱਟ ਹੁੰਦਾ ਹੈ, ਉਹਨਾਂ ਨੂੰ ਵਿਟਾਮਿਨ ਸੀ ਲੈਣ ਦੀ ਜਿਹੜੀ ਉਹ ਬਹੁਤ ਜ਼ਰੂਰੀ ਤੇ ਵਿਟਾਮਿਨ ਸੀ ਦਾ ਮੇਨ ਕੰਮ ਕੀ ਹੈ? ਉਹ ਇਹੀ ਕਰਦਾ ਕਿ ਆਪਣੇ ਸਰੀਰ ਦੇ ਵਿੱਚ ਜਿੰਨੇ ਵੀ ਜ਼ਹਿਰੀਲੇ ਪਦਾਰਥ ਹੁੰਦੇ ਨੇ ਉਹ ਐਜ਼ ਅ ਐਂਟੀਆਕਸੀਡੈਂਟ ਕੰਮ ਕਰਦਾ ਹੈ, ਸਾਡੇ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਤੇ ਜ਼ਖਮਾਂ ਨੂੰ ਵੀ ਛੇਤੀ ਭਰਦਾ ਜ਼ਖਮਾਂ ਨੂੰ ਛੇਤੀ ਭਰਦਾ। ਜਿਵੇਂ ਦੱਸਿਆ ਜਾ ਰਿਹਾ ਕਿ ਸੀਜ਼ਨਲ ਫਰੂਟ ਤੇ ਫਲ ਸਬਜ਼ੀਆਂ ਖਾਣੀਆਂ ਬਹੁਤ ਜ਼ਰੂਰੀ ਹੈ। ਉਹਦਾ ਮਤਲਬ ਇਹ ਹੁੰਦਾ ਕਿ ਉਹ ਮੌਸਮੀ ਜਿਹੜੇ ਜਾਂ ਸੀਜ਼ਨਲ ਫਰੂਟ ਜਾਂ ਮੌਸਮੀ ਉਹਨਾਂ ਦੇ ਵਿੱਚ ਸਪਰੇਅ ਬਹੁਤ ਘੱਟ ਹੁੰਦਾ, ਪ੍ਰੀਜ਼ਰਵੇਟਿਵ ਬਹੁਤ ਘੱਟ ਹੁੰਦੇ ਨੇ, ਔਰ ਉਹ ਸਾਡੀ ਸਿਹਤ ਲਈ ਜ਼ਿਆਦਾ ਹਾਨੀਕਾਰਕ ਨਹੀਂ ਹੁੰਦੇ। ਜਦੋਂ ਅਸੀਂ ਬਿਨਾਂ ਸੀਜ਼ਨ ਤੋਂ ਕੋਈ ਸਬਜ਼ੀ ਜਾਂ ਫਰੂਟ ਖਾਂਦੇ ਹਾਂ, ਉਹ ਮਹਿੰਗੇ ਵੀ ਹੁੰਦੇ ਨੇ, ਉਹ ਸਾਡੀ ਪਹੁੰਚ ਤੋਂ ਬਾਹਰ ਹੁੰਦੇ ਨੇ, ਔਰ ਉਹਦੀ ਫੂਡ ਵੈਲਿਊ ਕੋਈ ਨਹੀਂ ਹੁੰਦੀ, ਜਿਹੜੇ ਸਿਹਤ ਲਈ ਬਲਕਿ ਹਾਨੀਕਾਰਕ ਹੋ ਸਕਦੇ ਆ, ਫਾਇਦਾ ਦੇਣ ਦੀ ਖੁਰਾਕ 'ਚ 2 ਚੀਜ਼ਾਂ ਮੈਂ ਹੋਰ ਜ਼ਰੂਰੀ ਐਡ ਕਰਨਾ ਚਾਹਾਂਗੀ ਕਿ ਆਪਣਾ ਸ਼ੂਗਰ ਦੇ ਮਰੀਜ਼ ਨੂੰ ਕਦੀ ਵੀ ਜਿਹੜਾ ਖਾਣਾ ਹੈ ਨਾ ਪੇਟ ਭਰ ਕੇ ਨਾ ਖਾਓ। ਯਾਨੀ ਕਿ ਅਗਰ ਤੁਸੀਂ 3 ਰੋਟੀਆਂ ਖਾਂਦੇ ਪਏ ਹੋ ਜਾਂ 2 ਰੋਟੀਆਂ ਖਾਂਦੇ ਪਏ ਹੋ, ਖੁਰਾਕ ਨੂੰ ਅੱਧਾ ਕਰ ਦਿਓ। ਦਿਨ 'ਚ 3 ਵਾਰੀ ਖਾਣ ਦੀ ਬਜਾਏ ਖੁਰਾਕ ਨੂੰ 6 ਵਾਰੀ 'ਚ ਆਪਣੇ ਖਾਣੇ ਨੂੰ ਛੋਟੇ ਮੀਲ ਅੱਜ-ਕੱਲ੍ਹ ਸ਼ਾਰਟ ਐਂਡ ਫ੍ਰੀਕੁਐਂਟ ਕਹਿਣ ਦਾ ਮਤਲਬ ਉਹ ਦਿਨ 'ਚ ਬਾਰ-ਬਾਰ ਖਾ ਸਕਦੇ ਆ, ਪਰ ਥੋੜਾ ਖਾ ਸਕਦੇ ਆ। ਦੂਸਰਾ ਇੱਥੇ ਮੈਂ ਦੱਸਣਾ ਚਾਹਾਂਗੀ ਜਿਹੜੀ ਇਹਦੀ ਰੋਕਥਾਮ ਵਿੱਚ ਆ ਉਹ ਹੈ ਐਕਸਰਸਾਈਜ਼। ਰੈਗੂਲਰ ਐਕਸਰਸਾਈਜ਼ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਸ਼ੂਗਰ ਦੇ ਮਰੀਜ਼ ਨੂੰ ਹਰ ਰੋਜ਼ ਅੱਧਾ ਘੰਟਾ ਸਵੇਰੇ ਤੇ ਸ਼ਾਮ ਨੂੰ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ।
ਸੈਰ ਕਹਿ ਸਕਦੇ ਹਾਂ, ਯੋਗਾ ਕਹਿ ਸਕਦੇ ਹਾਂ, ਧਿਆਨ ਦੀ ਬੈਠਕ ਜਿਸ ਨੂੰ ਆਪਾਂ ਮੈਡੀਟੇਸ਼ਨ ਆਖਦੇ ਹਾਂ, ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਇਸ ਬਿਮਾਰੀ ਦਾ ਮੁੱਖ ਕਾਰਨ ਸਟ੍ਰੈਸ ਵੀ ਹੈ, ਜਿਸ ਨੂੰ ਆਪਾਂ ਚਿੰਤਾ ਆਖ ਦਿੰਦੇ ਹਾਂ। ਤੇ ਜਦੋਂ ਆਪਾਂ ਐਕਸਰਸਾਈਜ਼ ਕਰਦੇ ਹਾਂ ਜਾਂ ਮੈਡੀਟੇਸ਼ਨ ਕਰਦੇ ਹਾਂ, ਘਟਦੀ, ਸਾਡੀ ਬੋਡੀ ਰਿਲੈਕਸ ਹੋ ਜਾਂਦੀ। ਸਟ੍ਰੈਸ ਹਰ ਕੋਈ ਜਿਹੜਾ ਸ਼ੂਗਰ ਵਾਲਾ ਮਰੀਜ਼ ਹੈ ਉਹਨੂੰ ਤੇ ਜ਼ਿਆਦਾ ਕਰਨਾ ਚਾਹੀਦਾ, ਬਟ ਆਮ ਆਦਮੀ ਨੂੰ ਵੀ 5 ਕਿਲੋਮੀਟਰ ਦਿਨ 'ਚ ਸਵੇਰੇ 2.5 ਕਿਲੋਮੀਟਰ ਸਵੇਰੇ 2.5 ਕਿਲੋਮੀਟਰ ਸ਼ਾਮ ਨੂੰ, ਜਿਸ ਤਰ੍ਹਾਂ ਉਹਨੂੰ ਵਕਤ ਮਿਲਦਾ ਹੈ ਉਹਨੂੰ ਆਪਣੀ ਵਾਕ ਜ਼ਰੂਰ ਕਰਨੀ ਚਾਹੀਦੀ, ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਮੈਂ ਜੋੜਨਾ ਚਾਹੁੰਦੀ ਹਾਂ ਇਹਨਾਂ ਮਰੀਜ਼ਾਂ ਦੇ ਖਾਸ ਕਰਕੇ ਨਹੁੰ ਕੱਟਣ ਦਾ, ਦੰਦ ਬਰਸ਼ ਕਰਨ ਦਾ, ਔਰ ਕੋਈ ਚੱਪਲਾਂ ਜੁੱਤੀਆਂ ਪਾਉਣ ਦਾ, ਕੋਈ ਇਸ ਤਰ੍ਹਾਂ ਦੇ ਜ਼ਖਮ ਨਾ ਹੋਣ ਜਿਹੜੇ ਅਸੀਂ ਬਚਾ ਕਰ ਸਕਦੇ ਹਾਂ। ਬਰਸ਼ ਕਰਨਾ ਤੇ ਬੜਾ ਸੌਫਟ ਹੋਣਾ ਚਾਹੀਦਾ, ਦੰਦਾਂ ਦੇ ਵਿੱਚੋਂ ਖੂਨ ਨਾ ਨਿਕਲੇ, ਜ਼ਖਮ ਨਾ ਹੋਣ। ਜਿਵੇਂ ਮਾਹਿਰਾਂ ਨੇ ਦੱਸਿਆ ਕਿ ਜ਼ਖਮ ਹੋਣਗੇ ਤੇ ਉਹ ਜਲਦੀ ਭਰਦੇ ਨਹੀਂ, ਖਰਾਬ ਹੋ ਜਾਂਦੇ। ਇਸ ਤਰ੍ਹਾਂ ਜਿਹੜੇ ਨਾਖੂਨ ਕੱਟਣੇ ਉਹ ਬੜੇ ਧਿਆਨ ਨਾਲ ਕੱਟਣੇ ਆ। ਬੱਚੇ ਆ ਤੇ ਉਹਨਾਂ ਦੇ ਨਾਖੂਨ ਉਹਨਾਂ ਦੇ ਮਾਂ-ਬਾਪ ਆਪ ਕੱਟਣ, ਔਰ ਵੱਡੇ ਆ ਤੇ ਉਹਨਾਂ ਨੂੰ ਵੀ ਰੌਸ਼ਨੀ ਦੇ ਵਿੱਚ, ਚਾਨਣ ਦੇ ਵਿੱਚ ਨਾਖੂਨ ਕੱਟਣੇ ਚਾਹੀਦੇ ਆ। ਵੱਧ ਘੱਟ ਨਾਖੂਨ ਨਾ ਕੱਟਿਆ ਜਾਵੇ, ਕਿਉਂਕਿ ਜ਼ਖਮ ਇੱਕ ਵਾਰੀ ਹੋ ਗਿਆ, ਡਾਕਟਰ ਦੇ ਮਰੀਜ਼ ਦੇ ਵਿੱਚ ਰਾਜੀ ਹੋਣ ਲੱਗਿਆ ਬਹੁਤ ਟਾਈਮ ਲੱਗਦਾ। ਜੇ ਗੱਲ ਕਰੀਏ ਇਸ ਬਿਮਾਰੀ ਦੀ, ਤੇ ਕਿਹਾ ਜਾਂਦਾ ਹੈ ਕਿ ਇਸ ਬਿਮਾਰੀ ਦੀਆਂ ਦਵਾਈਆਂ ਬਹੁਤ ਹੀ ਮਹਿੰਗੀਆਂ ਨੇ, ਇਲਾਜ ਇਸ ਦਾ ਬਹੁਤ ਮਹਿੰਗਾ ਆ, ਔਰ ਸਧਾਰਨ ਤੌਰ ਤੇ ਜੇ ਇਹਦਾ ਇਲਾਜ ਕਰਵਾਉਣਾ ਹੋਵੇ ਤਾਂ ਕਿੱਦਾਂ ਹੋ ਸਕਦਾ? ਜਿਸ ਤਰ੍ਹਾਂ ਕਿ ਇਲਾਜ ਆਪਾਂ ਨੂੰ ਪਤਾ ਹੀ ਹੈ ਕਿ ਹਰ ਇੱਕ ਬਿਮਾਰੀ ਦਾ ਇਲਾਜ ਆਪਾਂ ਕਹੀਏ ਕਿ ਬਹੁਤ ਮਹਿੰਗਾ ਹੁੰਦਾ ਹੈ, ਪਰ ਇਹਦਾ ਇਲਾਜ ਵਾਕਈ ਹੀ ਬਹੁਤ ਮਹਿੰਗਾ ਹੈ। ਇਹਦੇ ਇਲਾਜ ਵਾਸਤੇ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੂੰਗੀ ਕਿ ਜਿਸ ਤਰ੍ਹਾਂ ਕਿ ਆਪਣੇ ਘਰ ਦੇ ਵਿੱਚ ਕੋਈ ਰਾਸ਼ਨ ਖਤਮ ਹੋ ਗਿਆ, ਕਿਸੇ ਚੀਜ਼ ਦੀ ਸਮਾਪਤੀ ਹੋ ਜਾਂਦੀ ਹੈ ਤੇ ਆਪਾਂ ਬਾਹਰੋਂ ਚੀਜ਼ ਲੈ ਕੇ ਆਉਂਦੇ ਹਾਂ। ਇਸੇ ਤਰ੍ਹਾਂ ਹੀ ਇਸ ਬਿਮਾਰੀ ਦੇ ਵਿੱਚ ਕੀ ਹੈ ਕਿ ਇਨਸੂਲਿਨ ਨਹੀਂ ਬਣ ਪਾਉਂਦੀ, ਤੇ ਇਨਸੂਲਿਨ ਦੀ ਜ਼ਰੂਰਤ ਹਰ ਇੱਕ ਇਨਸਾਨ ਨੂੰ, ਹਰ ਇੱਕ ਇਨਸਾਨ ਦੇ ਸਰੀਰ ਨੂੰ ਹੈਗੀ ਹੈ। ਇਸ ਕਰਕੇ ਆਪਾਂ ਨੂੰ ਇਨਸੂਲਿਨ ਦਾ ਇੱਕ ਇੰਜੈਕਸ਼ਨ ਆਉਂਦਾ ਹੈ ਕਿ ਉਹ ਫਿਰ ਆਪਾਂ ਨੂੰ ਉਸ ਇੰਜੈਕਸ਼ਨ ਦੀ ਜ਼ਰੂਰਤ ਪੈਂਦੀ ਹੈ, ਔਰ ਉਹ ਇੰਜੈਕਸ਼ਨ ਕਾਫੀ ਮਹਿੰਗਾ ਹੁੰਦਾ ਹੈ। ਤੇ ਬਚਪਨ ਦੇ ਵਿੱਚ ਜਾਂ ਛੋਟੀ ਉਮਰ ਦੇ ਵਿੱਚ ਹੋਣਾ ਜਿਹੜੀ ਇਹ ਬਿਮਾਰੀ ਆ, ਇਹਦੇ ਵਿੱਚ ਇਹਦਾ ਇਲਾਜ ਇੱਕ ਇੰਜੈਕਸ਼ਨ ਹੀ ਹੈ। ਅਤੇ ਅਗਰ ਇਹ ਵਧੇਰੀ ਉਮਰ 'ਚ ਜਾ ਕੇ ਇਹ ਬਿਮਾਰੀ ਹੁੰਦੀ ਹੈ, ਤਾਂ ਤੁਸੀਂ ਸੁਣਿਆ ਹੀ ਹੋਊਗਾ, ਅਕਸਰ ਲੋਕਾਂ ਨੂੰ ਕਹਿੰਦੇ ਹਾਂਜੀ ਕਿ ਸ਼ੂਗਰ ਦੀ ਗੋਲੀ ਲੱਗੀ ਹੋਈ ਹੈ ਨਾ, ਤੇ ਉਹ ਸ਼ੂਗਰ ਦੀ ਗੋਲੀ ਔਰ ਲਗਾਤਾਰ ਖਾਂਦੇ ਸ਼ੂਗਰ ਦੀ, ਬਿਨਾਂ ਨਾਗਾ ਜ਼ਿੰਦਗੀ ਸਾਰੀ ਖਾਂਦੇ ਰਹਿੰਦੇ। ਇਹੀ ਕਾਰਨ ਹੈ ਕਿ ਇਹਦਾ ਇਲਾਜ ਮਹਿੰਗਾ ਹੈ, ਕਿ ਇਹਦਾ ਕੋਈ ਦਵਾਈ ਜਿਹੜੀ ਆ ਕਦੀ ਬੰਦ ਨਹੀਂ ਹੁੰਦੀ, ਸਾਰੀ ਉਮਰ ਉਹਨਾਂ ਨੂੰ ਇਹ ਦਵਾਈ ਦੇ ਉੱਤੇ ਬੜੀ ਚਿੰਤਾ ਵਾਲੀ ਗੱਲ ਹੈ ਕਿ ਵੀ ਇਹ ਜਿਹੜੇ ਇਲਾਜ ਇੰਨਾ ਮਹਿੰਗਾ ਹੈ, ਇੰਨਾ ਲੰਬਾ ਜ਼ਿੰਦਗੀ ਭਰ ਦਾ ਇਲਾਜ ਹੈ, ਔਰ ਬਹੁਤ ਸਾਰੀਆਂ ਮੌਤਾਂ ਅਨਾਈ ਹੋ ਜਾਈਆਂ ਬਿਨਾਂ ਉਮਰ ਤੋਂ ਪਹਿਲਾਂ ਹੀ ਹੋ ਰਹੀਆਂ, ਜਦੋਂ ਕਿ ਉਹ ਇਨਸੂਲਿਨ ਅਫੋਰਡ ਨਹੀਂ ਕਰ ਪਾਉਂਦੇ, ਦਵਾਈਆਂ ਅਫੋਰਡ ਨਹੀਂ ਕਰ ਪਾਉਂਦੇ। ਜੇ ਇਹ ਗੋਲੀਆਂ ਨਾਲ ਠੀਕ ਨਹੀਂ ਹੁੰਦੀ ਹੈ ਤੇ ਫਿਰ ਇਹਦੇ ਇੰਜੈਕਸ਼ਨ ਬਾਹਰੋਂ ਵੀ ਲੈਣੇ ਪੈਂਦੇ ਆ। ਜੇ ਤੇ ਗੋਲੀਆਂ ਨਾਲ ਠੀਕ ਹੈ ਤੇ ਫਿਰ ਠੀਕ ਹੈ, ਨਹੀਂ ਤੇ ਸਾਨੂੰ ਬਾਹਰੋਂ ਇਨਸੂਲਿਨ ਦਾ ਇੰਜੈਕਸ਼ਨ ਵੀ ਲੈਣਾ ਪੈਂਦਾ ਹੈ। ਤੇ ਇਸ ਦੇ ਨਾਲ ਹੀ ਸਾਨੂੰ ਆਪਣੀ ਜੀਵਨ ਸ਼ੈਲੀ ਨੂੰ ਵੀ ਬਹੁਤ ਜਿਹੜਾ ਵਾ ਬਦਲਾਵ ਕਰਨੇ ਪੈਂਦੇ ਆ। ਜੀਵਨ ਸ਼ੈਲੀ ਦੇ ਬਦਲਾਵ ਨਾਲ ਆਪਾਂ ਦੂਸਰੀ ਕਿਸਮ ਵਾਲੀ ਜਿਹੜੀ ਸ਼ੂਗਰ ਆ ਉਹਨੂੰ ਠੀਕ ਕਰ ਸਕਦੇ ਹਾਂ। ਤੇ ਜੇ ਸਰੋਤੇ ਜਿੱਦਾਂ ਸਾਡੇ ਸੁਣ ਰਹੇ ਆ, ਤਕਰੀਬਨ ਹਰ ਘਰ ਦੇ ਵਿੱਚ ਇਹਨੇ ਆਪਣੇ ਪੈਰ ਪਸਾਰੇ ਆ, ਜੇ ਅਸੀਂ ਦਵਾਈਆਂ ਤੋਂ ਬਿਨਾ ਇਹਦਾ ਇਲਾਜ ਕਰਨਾ ਹੋਵੇ ਤਾਂ ਉਹ ਕਿੱਦਾਂ ਹੋ ਸਕਦਾ? ਸੋ ਅਗਰ ਅਸੀਂ ਬਚਾਅ ਦੀ ਗੱਲ ਕਰੀਏ ਤਾਂ ਵਧੇਰੀ ਉਮਰ 'ਚ ਹੋਣ ਵਾਲੀ ਜਿਹੜੀ ਸ਼ੂਗਰ ਹੈ ਉਹਦਾ ਜਿਹੜਾ ਬਚਾਅ ਆ ਉਹ ਪੋਸੀਬਲ ਹੈਗਾ ਆ, ਉਹ ਹੋ ਸਕਦਾ ਹੈ। ਸੋ ਉਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆ ਜਾਂਦੀ ਹੈ ਸਾਡੀ ਜੀਵਨ ਸ਼ੈਲੀ। ਸੋ ਉਹਦਾ ਸਭ ਤੋਂ ਜਿਹੜਾ ਜ਼ਿਆਦਾ ਪ੍ਰਭਾਵ ਹੈ ਉਹ ਸਾਡੀ ਜੀਵਨ ਸ਼ੈਲੀ ਦਾ ਹੀ ਹੈ ਸ਼ੂਗਰ ਹੋਣ ਵਿੱਚ। ਮਤਲਬ ਇਹਦੇ ਵਿੱਚ ਕਿ ਸਾਨੂੰ ਹੱਥੀਂ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ, ਸਾਨੂੰ ਬਹੁਤਾ ਆਲਸਪੁਣਾ ਸ਼ੋਅ ਨਹੀਂ ਕਰਨਾ ਚਾਹੀਦਾ। ਜੇ ਅਸੀਂ ਥੋੜੀ ਦੂਰ ਤੱਕ ਵੀ ਜਾਣਾ, ਅਸੀਂ ਕਹਿੰਦੇ ਚਲੋ ਐਕਟਿਵਾ ਲਓ, ਸਕੂਟਰ ਲਓ ਤੇ ਚੱਲ ਜਾਓ, ਨਹੀਂ। ਜੇ ਥੋੜਾ ਡਿਸਟੈਂਸ ਹੈ ਤੁਸੀਂ ਉਹਨੂੰ ਤੁਰ ਕੇ ਵੀ ਕਵਰ ਕਰ ਸਕਦੇ ਹੋ। ਤੇ ਜੇਕਰ ਆਪਾਂ ਇੱਕ ਰਿਪੋਰਟ ਦੇਖੀਏ WHO ਦੀ, ਤੇ ਉਹਦੇ ਅਕੋਰਡਿੰਗ ਜਿਹੜੇ ਸਾਨੂੰ ਆਪਣੇ ਡੇਲੀ ਲਾਈਫ ਵਿੱਚ ਜਿਹੜੇ 10,000 ਸਟੈਪ ਹੈ ਉਹ ਜ਼ਰੂਰ ਪੂਰੇ ਕਰਨੇ ਚਾਹੀਦੇ ਹਨ। ਉਸ ਦਾ ਕਾਰਨ ਕੀ ਹੈ ਕਿ ਅਲਟੀਮੇਟਲੀ ਸਾਡੇ ਹਾਰਟ ਹੈਲਥ ਵਾਸਤੇ, ਸਾਡੇ ਦਿਲ ਦੇ ਵਾਸਤੇ ਤੇ ਸਾਡੇ ਸਰੀਰ ਵਾਸਤੇ ਬਹੁਤ ਹੀ ਘੱਟੋ ਘੱਟ 10,000 ਮੈਡਮ ਜਿਵੇਂ ਕਹਿ ਰਹੇ 10,000 ਸਟੈਪ, ਉਹਦਾ ਮਤਲਬ ਵੀ 2.5 ਕਿਲੋਮੀਟਰ 3 ਕਿਲੋਮੀਟਰ ਸਵੇਰੇ, ਔਰ ਇੰਨਾ ਹੀ ਸ਼ਾਮ ਨੂੰ। ਸੋ ਇਹਦੇ ਨਾਲ ਜਿਹੜਾ ਸਾਨੂੰ ਆਪਣੇ ਖਾਣ ਪੀਣ ਦਾ ਜਿਹੜਾ ਹੈ ਉਹ ਬਹੁਤ ਧਿਆਨ ਦੇਣ ਦੀ ਲੋੜ ਹੈ, ਕਿਉਂਕਿ 80% ਜਿੱਦਾਂ ਮੈਂ ਆਪਨੇ ਦੱਸਿਆ ਕਿ 80% ਜਿਹੜਾ ਇਹਦਾ ਰੋਲ ਹੈ ਖਾਣ ਪੀਣ ਦਾ ਹੀ ਹੈ ਸ਼ੂਗਰ ਦੇ ਵਿੱਚ। ਸੋ ਜਿਹੜੀਆਂ ਬਾਹਰਲੀਆਂ ਚੀਜ਼ਾਂ ਨੇ, ਮੈਦੇ ਦੀਆਂ ਚੀਜ਼ਾਂ ਬਣੀਆਂ ਹੋਈਆਂ ਜਿੱਦਾਂ ਪੀਜ਼ਾ ਆ ਜਾਂ ਫਿਰ ਮੋਮੋਸ, ਇਹ ਸਾਰੀ ਚੀਜ਼ਾਂ ਜਿਹੜੀਆਂ ਉਹ ਪਰਹੇਜ਼ ਕਰਨਾ ਚਾਹੀਦਾ ਹੈ। ਤੇ ਇਸ ਨਾਲ ਮੈਂ ਇੱਥੇ ਇਹ ਵੀ ਦੱਸਣਾ ਚਾਹਾਂਗੀ ਕਿ ਜੇ ਫਾਸਟ ਫੂਡ ਨਾਲ ਕੈਂਡ ਜਿਹੜੇ ਫੂਡ ਆ ਉਹ ਵੀ ਬੰਦ ਕਰਨੇ ਚਾਹੀਦੇ, ਕਿਉਂਕਿ ਉਹਨਾਂ ਵਿੱਚ ਪ੍ਰੈਜ਼ਰਵੇਟਿਵਸ ਹੁੰਦੇ ਆ ਤੇ ਉਹ ਜਿਹੜੇ ਕੈਮੀਕਲਸ ਆ ਆਪਣੇ ਸਰੀਰ ਨੂੰ ਜਿਹੜਾ ਵਾ ਖੋਖਲਾ ਕਰਦੇ ਆ। ਸਾਨੂੰ ਆਪਣੀ ਡਾਈਟ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜੋ ਹਰੀਆਂ ਸਬਜ਼ੀਆਂ ਨੇ, ਫਾਈਬਰ ਆ, ਉਹ ਸਾਨੂੰ ਆਪਣੀ ਡਾਈਟ ਦੇ ਵਿੱਚ, ਸੈਲਡ ਆ, ਜੋ ਸਲਾਦ ਆ, ਉਹ ਜ਼ਿਆਦਾ ਸਾਨੂੰ ਐਡ ਕਰਨਾ ਚਾਹੀਦਾ ਹੈ। ਪਿੰਡਾਂ ਦੇ ਵਿੱਚ ਇਹ ਵੀ ਸੁਣਿਆ ਹੈ, ਲੋਕਾਂ ਨੂੰ ਕਹਿੰਦੇ ਜੀ ਸ਼ੂਗਰ ਹੈ ਤੇ ਗੁੜ ਦੀ ਚਾਹ ਪੀ ਲੈਂਦੇ ਆ, ਜੋ ਕਿ ਵਾਕਈ ਖਤਰੇ ਵਾਲੀ ਗੱਲ ਆ। ਗੁੜ ਖਤਰੇ ਵਾਲੀ ਗੱਲ ਆ, ਸ਼ੂਗਰ ਵਾਲੇ ਮਰੀਜ਼ ਵਾਸਤੇ ਖਤਰੇ ਦੀ ਗੱਲ ਹੈ, ਕਿਉਂਕਿ ਜਿਸ ਤਰ੍ਹਾਂ ਕਿ ਆਪਾਂ ਚੀਨੀ 'ਚ ਤੇ ਆਪਾਂ ਕਹੀਏ ਕਿ ਹਾਂਜੀ ਮਿੱਠਾ ਹੁੰਦਾ ਹੈ, ਗੁੜ 'ਚ ਵੀ ਮਿੱਠਾ ਹੈ, ਔਰ ਉਹ ਵੀ ਸ਼ੂਗਰ ਵਧਾਉਂਦੀ ਹੈ।
ਲੋਕੀ ਸੋਚਦੇ ਨੇ ਜੀ ਸ਼ੂਗਰ ਵਾਲਾ ਮਰੀਜ਼ ਕੀ ਕਹਿੰਦਾ ਕਿ ਸ਼ੂਗਰ ਗੁੜ ਵਾਲੀ ਚਾਹ ਪੀ ਲੈਂਦੇ ਆ, ਗੁੜ ਖਾ ਲੈਂਦੇ ਆ। ਕਿਹਾ ਜਾਂਦਾ ਨਹੀਂ ਹੈ ਕਿ ਵੱਧ ਲੋਹੇ ਖਾ ਦੇ ਵਿੱਚ ਆਇਰਨ ਵਗੈਰਾ ਸਾਰਾ ਗੁੜ ਦੇ ਵਿੱਚ ਰਲਿਆ ਹੁੰਦਾ, ਉਹਦਾ ਨੁਕਸਾਨ ਹੁੰਦਾ ਵਾ ਸ਼ੂਗਰ ਦਾ? ਸ਼ੂਗਰ ਵਾਲੇ ਮਰੀਜ਼ ਦੇ ਵਿੱਚ ਉਸ ਚੀਜ਼ ਦਾ ਨੁਕਸਾਨ ਨਹੀਂ ਹੈ, ਪਰ ਨੁਕਸਾਨ ਦੇਖਿਆ ਜਾਵੇ ਤੇ ਹਰ ਤੱਤ ਦੇ ਵਿੱਚ ਹਰ ਚੀਜ਼ ਮੌਜੂਦ ਹੁੰਦੀ ਕੈਲੋਰੀਜ਼ ਹੈ। ਬਹੁਤ ਜ਼ਿਆਦਾ ਨੇ ਉਹਦੇ ਵਿੱਚ, Calories ਜਿਹੜਾ ਬਹੁਤ ਗੁੜ ਹੈ ਜ਼ਿਆਦਾ। ਉਹਦੇ ਵਿੱਚ ਕੈਲੋਰੀਜ਼ ਬਹੁਤ ਜ਼ਿਆਦਾ ਨੇ ਐਜ਼ ਕੰਪੇਅਰ ਟੂ ਵਾਈਟ ਸ਼ੂਗਰ। ਸੋ ਇਸ ਬਹੁਤ ਕਰਕੇ ਹੀ ਜ਼ਰੂਰੀ ਹਾਂਜੀ, ਦੱਸਣਾ ਕਿ ਹਾਂਜੀ, ਕਿਹੜੀਆਂ ਚੀਜ਼ਾਂ ਅਸੀਂ ਨਹੀਂ ਖਾਣੀਆਂ, ਨਹੀਂ ਖਾਣੀਆਂ। ਨਾ ਹੀ ਖਾਣੀਆਂ ਵਾਲੀਆਂ, ਜਿਵੇਂ ਦੱਸ ਰਹੇ ਸੀਗੇ ਕਿ ਅਸੀਂ ਕੇਂਡ ਜਿਹਨੂੰ ਡੱਬਾ ਬੰਦ ਡੱਬਾਬੰਦ ਅਸੀਂ ਸਬਜ਼ੀਆਂ ਜਾਂ ਦਵਾ ਖਾਦ ਜਿਹੜੇ ਪਦਾਰਥ ਖਾ ਕਹਿੰਦੇ ਆ, ਉਹ ਨਹੀਂ ਖਾਣੇ ਅਸੀਂ। ਔਰ ਕੈਚਅਪ, ਚਟਨੀਆਂ, ਮਸਾਲੇ, ਤਲਿਆ ਤਲੀਆਂ ਹੋਈਆਂ ਚੀਜ਼ਾਂ, ਫੈਟੀ ਬਾਜ਼ਾਰ ਦੀਆਂ ਖਾਣੇ, ਪੀਜ਼ਾ, 버ਗਰ, ਮੈਗੀ, ਇਹਨਾਂ ਚੀਜ਼ਾਂ ਨੂੰ ਬਹੁਤ ਪਰਹੇਜ਼ ਕਰਨ ਦੀ ਜ਼ਰੂਰਤ ਹੈ। ਪਹਿਲਾਂ ਦੇ ਜ਼ਮਾਨੇ 'ਚ ਹੁੰਦਾ ਸੀ ਕਿ ਦੱਬ ਕੇ ਵਾਹ ਤੇ ਰੱਜ ਕੇ ਖਾ। ਅੱਜ ਉਹ ਗੱਲ ਦੱਬ ਕੇ ਤੇ ਖਾਈ ਜਾਂਦੇ ਆ, ਪਰ ਦੱਬ ਕੇ ਵਾਹ ਨਹੀਂ ਰਹੇ ਅਸੀਂ। ਜਿੰਨਾ ਕੁਛ ਅਸੀਂ ਜੋ ਖਾ ਰਹੇ ਹਾਂ ਉਹਨਾਂ ਨੂੰ ਸਾਨੂੰ ਉਸ ਤਰ੍ਹਾਂ ਆਪਣੀਆਂ ਕੈਲਰੀਜ਼ ਨੂੰ ਯੂਟਿਲਾਈਜ਼ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਮੋਟਾਪਾ ਜਿਹੜਾ ਅਸੀਂ ਦੱਸਿਆ ਕਿ ਇਹ ਸਾਰੀਆਂ ਬਿਮਾਰੀਆਂ ਦੀ ਜੜ ਹੈ। ਜਦੋਂ ਮੋਟਾਪਾ ਥੋੜਾ ਵੀ ਸ਼ੁਰੂ ਹੋ ਜਾਂਦਾ ਨਾ ਕਿਸੇ ਨੂੰ, ਉਹਦੀ ਉਮਰ ਦੇ ਹਿਸਾਬ ਨਾਲ, ਉਹ BMI ਜਿਹਨੂੰ ਅਸੀਂ ਕਹਿੰਦੇ ਆ ਟੈਕਨੀਕਲੀ, ਉਹਦੀ ਉਮਰ ਦੇ ਹਿਸਾਬ ਨਾਲ ਉਹਦੀ ਜਿਹੜੀ ਕਮਰ ਆ ਉਹਦੇ ਤੇ ਫੈਟ ਜੰਮਣੀ ਸ਼ੁਰੂ ਹੋ ਜਾਂਦੀ ਆ, ਜਾਂ ਮੋਟਾਪਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਕਿ ਬੱਚਾ 7 ਸਾਲ ਦਾ ਤੇ ਉਹ ਨਜ਼ਰ ਆ ਰਿਹਾ ਕਿ 15 ਸਾਲ ਦਾ। ਉਦੋਂ ਸਾਨੂੰ ਪਰਹੇਜ਼ ਕਰਨੇ ਬਹੁਤ ਜ਼ਰੂਰੀ ਹੈ, ਔਰ ਖਾਸ ਕਰਕੇ ਉਦੋਂ ਜਦੋਂ ਪਰਿਵਾਰ ਦੇ ਵਿੱਚ ਖਦਸ਼ਾ ਹੋਵੇ ਕਿ ਇਹ ਬਿਮਾਰੀ ਚੱਲ ਰਹੀ ਹੈ। ਵਿੱਚ ਅਸੀਂ ਇਹ ਜ਼ਰੂਰ ਜ਼ੋਰ ਦੇਵਾਂਗੇ ਕਿ ਕਸਰਤ ਜ਼ਰੂਰ ਕਰੋ। ਸੋ ਸਵੇਰ ਤੇ ਸ਼ਾਮ ਦੀ ਜਿਹੜੀ ਆ ਅੱਧੇ ਘੰਟੇ ਦੀ ਜਾਂ 1 ਘੰਟੇ ਜਿੰਨੀ ਵੀ ਹੋ ਸਕਦੀ ਹੈ, ਜਿਹੜੀ ਸੈਰ ਜ਼ਰੂਰ ਕੀਤੀ ਜਾਵੇ। ਤੇ ਸੈਰ ਕਰਨ ਤੋਂ ਪਹਿਲੇ ਜਿਹੜਾ ਸ਼ੂਗਰ ਵਾਲਾ ਮਰੀਜ਼ ਆ ਉਹਨੂੰ ਕੀ ਕਹਿੰਦੇ ਆ, 1 ਕੱਪ ਚਾਹ ਜਾਂ ਬਿਸਕਿਟ ਲੈਣੇ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ ਸ਼ੂਗਰ ਵਾਲਾ ਮਰੀਜ਼ ਹੈ ਜਦੋਂ ਐਕਸਰਸਾਈਜ਼ ਕਰਦਾ ਹੈ ਤੇ ਉਹਦੀ ਸ਼ੂਗਰ ਜਿਹੜੀ ਹੈ ਥੱਲੇ ਚਲਾ ਜਾਏਗਾ, ਤੇ ਉਹ ਜਿਹੜੀ ਕੰਟਰੋਲ ਕਰਨੀ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੈ, ਉਹ ਜ਼ਿਆਦਾ ਖਤਰਨਾਕ ਹੈ। ਕਹਿੰਦੇ ਆ ਕਿ ਵਧੀ ਹੋਈ ਸ਼ੂਗਰ ਨੂੰ ਕੰਟਰੋਲ ਕਰਨਾ ਬੜਾ ਆਸਾਨ ਹੈ, ਪਰ ਘਟੀ ਹੋਈ ਸ਼ੂਗਰ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੈ। ਯਾਨੀ ਕਿ ਤਾਲਮੇਲ ਬਿਠਾ ਕੇ ਰੱਖਣਾ ਚਾਹੀਦਾ। ਆਪਾਂ ਬਿਲਕੁਲ, ਤੁਸੀਂ ਬਿਲਕੁਲ। ਐਕਸਰਸਾਈਜ਼ ਕਰ ਰਹੇ ਹੋ, ਤੁਹਾਡੇ ਖਾਣ ਪੀਣ ਦਾ, ਐਕਸਰਸਾਈਜ਼ ਦਾ, ਦਵਾਈਆਂ ਦਾ, ਤਿੰਨਾਂ ਦਾ ਸੰਤੁਲਿਤ ਤਾਲਮੇਲ ਜਿਹੜਾ ਬਣਾ ਕੇ ਤਾਲਮੇਲ ਹੀ ਬਣਾ ਕੇ ਤੁਸੀਂ ਰੱਖ ਸਕਦੇ ਹੋ। ਆਪਣੀ ਜਿਵੇਂ ਜੀਵਨ ਮਾਇਰਾ ਨੇ ਦੱਸਿਆ ਕਿ ਵੀ ਇਹ ਬਿਮਾਰੀ ਘਰ ਘਰ ਪਸਾਰਾ ਕਰ ਚੁੱਕੀ ਹੈ, ਔਰ ਸਾਨੂੰ ਬਹੁਤ ਘੱਟ ਫਿਗਰ ਪਤਾ ਹੈ ਕਿ ਵੀ ਇੰਨੇ ਲੋਕ ਬਿਮਾਰ ਹੈ। ਇਹ ਕਹਿ ਰਹੇ ਕਿ ਵੀ 6 ਕਰੋੜ ਹੈ ਜਾਂ 10 ਕਰੋੜ ਹੋਣ ਵਾਲੇ ਆ, ਪਰ ਬਹੁਤ ਜ਼ਿਆਦਾ ਤਾਦਾਦ ਇਹ ਹੈ ਜਿਹਨਾਂ ਦੇ ਅਜੇ ਟੈਸਟ ਨਹੀਂ ਹੋਇਆ, ਜਿਹੜੇ ਹਸਪਤਾਲਾਂ ਤੱਕ ਗਏ, ਕਿਉਂਕਿ ਇਹ ਅਚਾਨਕ ਹੀ ਪਤਾ ਲੱਗਦਾ ਹੈ। ਐਕਸੀਡੈਂਟ ਹੋ ਗਿਆ ਉਦੋਂ ਟੈਸਟ ਹੋ ਗਿਆ, ਜਾਂ ਗਰਭਵਤੀ ਮਾਂ ਹਸਪਤਾਲ ਆਪਣਾ ਚੈੱਕਅਪ ਕਰਾਉਣਗੀ, ਜਾਂ ਬੱਚਿਆਂ ਨੂੰ ਅਸੀਂ ਚੈੱਕਅਪ ਕਰਾਉਣ ਗਏ, ਉਸ ਵੇਲੇ ਬਿਮਾਰੀ ਪਤਾ ਲੱਗਦੀ ਹੈ। ਤੇ ਮੈਂ ਇਹਦੀ ਰੋਕਥਾਮ ਦੇ ਵਿੱਚ ਇਹ ਕਹਿਣਾ ਚਾਹੁੰਦੀ ਕਿ ਜਿਹੜੇ ਮਰੀਜ਼ ਇਸ ਤੋਂ ਸਫਰ ਕਰ ਰਹੇ ਆ, ਉਹਨਾਂ ਨੂੰ ਘੱਟ ਤੋਂ ਘੱਟ ਬਾਹਰ ਜਾਣ ਦੇ ਲਈ ਇੱਕ ID ਹੁੰਦੀ ਨਾ, ਜਿਵੇਂ ਸਾਡੀ ਆਧਾਰ ਕਾਰਡ, ਤੇ ਸ਼ੂਗਰ ਦੇ ਮਰੀਜ਼ਾਂ ਨੂੰ ਇੱਕ ਆਪਣੇ ਨਾਲ ਇਹ ਟੈਗ ਰੱਖਣਾ ਚਾਹੀਦਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਸ਼ੂਗਰ ਹੈ ਔਰ ਕਿਸ ਤਰ੍ਹਾਂ ਦੀ ਦਵਾਈ ਚੱਲ ਰਹੀ ਹੈ। ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੇ ਵਿੱਚ ਕੀ ਹੁੰਦਾ ਕਿ ਕਈ ਵਾਰੀ ਬਾਹਰ ਜਾਂਦਿਆਂ ਥਕਾਵਟ ਹੋ ਗਈ, ਗਰਮੀ ਹੋ ਗਈ, ਬੰਦੇ ਨੂੰ ਭੁੱਖ ਲੱਗੀ ਆ, ਤੇ ਅਚਾਨਕ ਹੀ ਉਹਨੂੰ ਕੀ ਹੁੰਦਾ ਕਿ ਉਹ ਕਹਿੰਦਾ ਵੀ ਮੈਨੂੰ ਤੇ ਘਬਰਾਹਟ ਹੋ ਰਹੀ ਹੈ, ਜਾਂ ਉਹ ਬੇਹੋਸ਼ ਹੋ ਜਾਂਦਾ। ਜਿਹੜੀਆਂ ਮਿੱਠੇ ਦੀਆਂ ਗੋਲੀਆਂ ਜਿੱਦਾਂ ਵਾ ਜਾਂ ਚੀਨੀ ਦੀਆਂ ਜਿਹੜਾ ਇੱਕਦਮ ਉਹ ਆਪਣੇ ਮੂੰਹ ਦੇ ਵਿੱਚ ਰੱਖ ਲੈ, ਕਿਉਂਕਿ ਜੇ ਉਹਦੀ ਸ਼ੂਗਰ ਇੱਕਦਮ ਘਟੇਗੀ ਤਾਂ ਉਸੇ ਵੇਲੇ ਮੂੰਹ ਚੋਂ ਗੋਲੀ ਪਾ ਕੇ ਆਪਣੀ ਸ਼ੂਗਰ ਜਿਹੜਾ ਉਹ ਸੰਤੁਲਿਤ ਕਰ ਘੱਟ ਸਕਦਾ। ਦਾ ਮਰੀਜ਼ ਬੇਹੋਸ਼ ਹੋ ਸਕਦਾ ਹੈ, ਅਨਕੌਂਸ਼ੀਅਸ ਹੋ ਸਕਦਾ ਹੈ, ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਘਟੀ ਹੋਈ ਉਮਰ ਨੂੰ ਫਿਰ ਸੰਭਾਲਣਾ ਮਰੀਜ਼ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ, ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਦਾ ਬਚਾਅ ਕਰਨਾ। ਇਸ ਦੇ ਨਾਲ ਮੈਂ ਹੋਰ ਕੁਝ ਨਾਲ ਥੋੜੀਆਂ ਚੀਜ਼ਾਂ ਜੋੜਨਾ ਚਾਹਾਂਗੀ, ਜਿੱਦਾਂ ਕਿ ਹੈ ਇਨਸਾਨ ਜਿਹੜਾ ਸਮੋਕਿੰਗ ਕਰ ਰਿਹਾ, ਜਿਹਨੂੰ ਆਪਾਂ ਕਹਿੰਦੇ ਸਿਗਰਟ ਪੀ ਰਿਹਾ ਜਾਂ ਅਲਕੋਹਲ ਸ਼ਰਾਬ ਲੈ ਰਿਹਾ, ਉਹਦਾ ਸੇਵਨ ਬਿਲਕੁਲ ਬੰਦ ਕਰਨਾ ਚਾਹੀਦਾ, ਕਿਉਂਕਿ ਉਹ ਵੀ ਸ਼ੂਗਰ ਨੂੰ ਬਹੁਤ ਜ਼ਿਆਦਾ ਵਧਾਉਂਦੀ ਹੈ। ਜੇ ਉਹ ਕੋਈ ਇਨਸਾਨ ਇਹਨਾਂ ਚੀਜ਼ਾਂ ਦੀ ਸੇਵਨ ਕਰ ਰਿਹਾ ਤਾਂ ਉਸ ਨੂੰ ਉਹ ਚੀਜ਼ਾਂ ਬਿਲਕੁਲ ਛੱਡਣੀਆਂ ਪੈਣਗੀਆਂ। ਜੇ ਆਪਣੇ ਖਾਣੇ 'ਚ ਤੇ ਪਰਹੇਜ਼ ਕਰ ਰਿਹਾ, ਪਰ ਨਾਲ ਉਹਦਾ ਤੰਬਾਕੂ ਚੱਲ ਰਿਹਾ, ਨਾ ਸ਼ਰਾਬ ਚੱਲ ਰਹੀ। ਸ਼ਰਾਬ ਇਹੋ ਜਿਹੀ ਚੀਜ਼ ਹੈ ਜਿਹਦੀਆਂ 1 ਗ੍ਰਾਮ 'ਚ 7 ਕੈਲਰੀਜ਼, ਹਾਂਜੀ, ਔਰ ਉਹ ਪਊਆ ਪੀ ਰਿਹਾ, ਅਧੀਆ ਪੀ ਰਿਹਾ, ਜਾਂ ਕਿਵੇਂ ਵੀ ਪੀ ਰਿਹਾ, ਸਮਝੋ ਕਿ ਉਹਨੂੰ ਉਸ ਬਿਮਾਰੀ ਨੂੰ ਉਹਦਾ ਜਿਗਰ ਅਫੈਕਟ ਹੋਣ ਦੇ ਲਈ, ਉਹਦੇ ਗੁਰਦੇ ਫੇਲ ਹੋਣ ਦੇ ਲਈ ਕਿੰਨਾ ਰੋਲ ਹੈ ਸ਼ਰਾਬ ਕਿਉਂਕਿ ਦਾ। ਜੋ ਸ਼ਰਾਬ ਨਸ਼ੇ ਕਹਿ ਸਕਦੇ ਆ ਕਿ ਸਾਰੇ ਮਾੜੇ ਆ ਸਾਡੇ ਸਰੀਰ ਦੀ, ਚਾਹੇ ਸਮੋਕਿੰਗ ਦਾ, ਸ਼ੂਗਰ ਚਾਹੇ ਦੀ ਸ਼ਰਾਬ ਬਿਮਾਰੀ ਵਿੱਚ ਦਾ। ਅਹਿਮ ਰੋਲ ਹੈ ਆਪਣੇ ਸ਼ੂਗਰ ਦੀ ਬਿਮਾਰੀ ਤੋਂ ਇਲਾਵਾ ਵੀ ਸਾਡੀ ਕਿਤੇ ਨਾ ਕਿਤੇ ਸਿਹਤ ਨੂੰ ਵੀ ਖਰਾਬ ਕਰਦੇ ਆ। ਇਹ ਸੀ ਕਿ ਅੱਜ ਸਾਡੇ ਵਿਚਾਰ ਵਟਾਂਦਰੇ ਹੋਏ ਸ਼ੂਗਰ ਦੀ ਬਿਮਾਰੀ ਦੇ ਉੱਤੇ। ਸਾਡੇ ਨਾਲ ਬਹੁਤ ਹੀ ਵਧੀਆ ਸਪੀਕਰ ਕਹਿ ਸਕਦੇ ਆ, ਗਿਆਨਵਾਨ ਕਹਿ ਸਕਦੇ ਆ, ਪ੍ਰਿੰਸੀਪਲ ਡਾਕਟਰ ਕਵਲਜੀਤ ਹੋਣੀ ਸੀਗੇ, ਨਾਲ ਉਹਨਾਂ ਦਾ ਸਮੁੱਚਾ ਗਿਆਨਵਾਨ ਸਟਾਫ ਸੀਗਾ। ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਵੇਖਦੇ ਰਹੋ। ਇਦਾਂ ਦੇ ਅਸੀਂ ਵਿਚਾਰ ਵਟਾਂਦਰੇ ਲੈ ਕੇ ਤੁਹਾਡੇ ਅੱਗੇ ਆਉਣ ਵਾਲੇ ਸਮੇਂ 'ਚ ਵੀ ਰੂਬਰੂ ਹੋਵਾਂਗੇ। ਬਹੁਤ ਬਹੁਤ ਧੰਨਵਾਦ।